ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਪ੍ਰੋਫੈਸਰ ਜਗੀਰ ਸਿੰਘ ਕਾਲੂ ਹੋਰੀ ਮੇਰੇ ਨਾਲ ਨੇ। ਕੁਝ ਇੱਕ ਭਾਰਤ ਦੀਆਂ ਖਬਰਾਂ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਅੱਜ ਸ਼ਸ਼ੀਰ ਦਸਾਂਝ ਛੁੱਟੀ ਤੇ ਨੇ, ਕਿਸੇ ਕਾਰਨ ਉਹ ਬਾਹਰ ਨੇ। ਸੋ ਪ੍ਰੋਫੈਸਰ ਸਾਹਿਬ ਕੋਲੋਂ ਮੈਂ ਅੱਜ ਭਾਰਤ ਦੀਆਂ ਖਬਰਾਂ ਦੇ ਉੱਤੇ ਜ਼ਿਆਦਾ ਕੰਸਨਟਰੇਟ ਕਰਾਂਗੇ ਕਿ ਉੱਥੇ ਕੀ ਚੱਲ ਰਿਹਾ। ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ ਜੀ। ਬਹੁਤ ਮਿਹਰਬਾਨੀ ਜੀ। ਸਾਰੇ ਦਰਸ਼ਕਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਹਾਂਜੀ ਪਰ ਸਾਹਿਬ, ਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਮਕਸਦ ਸਭ ਤੋਂ ਪਹਿਲਾਂ ਪੰਜਾਬ ਹੁੰਦਾ ਹੈ। ਪੰਜਾਬ ਦੀ ਗੱਲ ਜਿਹੜੀ ਆ ਉਹ ਕਰਨੀ ਹੁੰਦੀ ਆ ਅਤੇ ਪੰਜਾਬ ਦੀ ਗੱਲ ਕਰਨੀ ਹੁੰਦੀ ਆ ਅਤੇ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਸੰਪੰਨ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਮੈਨੂੰ ਅੱਜ ਹੀ ਸ਼ਸ਼ੀਰ ਹਰਾਂ ਨੇ ਖਬਰ ਭੇਜੀ, ਵੈਸੇ ਉਹ ਅੱਜ ਹੈਗੇ ਨਹੀਂ ਆਪਣੇ ਨਾਲ। ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਫਿਕਰਾਂ 'ਚ ਨੇ ਅਤੇ ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਦਾਅਵੇਦਾਰ ਪਾਰਟੀ ਸੀ ਆਮ ਆਦਮੀ ਪਾਰਟੀ, ਜਿਹੜਾ ਦੀਪ ਸਿੱਧੂ ਵਾਲਾ ਫੈਕਟਰ ਆ ਉਹਨੇ ਉਹਨੂੰ ਫਿਕਰਾਂ 'ਚ ਪਾਇਆ। ਉਹ ਫੈਕਟਰ ਕਿੰਨਾ ਕੁ ਵੱਡਾ ਆ ਜਿਹੜਾ ਮਾਲਵੇ 'ਚ ਚੱਲਿਆ ਹੋਏਗਾ? ਘਟਨਾਕ੍ਰਮ ਇਸ ਦੌਰਾਨ ਹੀ ਹੋਇਆ, ਉਹਨਾਂ ਦੀ ਡੈਥ ਇਲੈਕਸ਼ਨ ਦੇ ਦੌਰਾਨ ਹੀ ਹੋਈ। ਅਤੇ ਕੀ ਇਸ ਫੈਕਟਰ ਦਾ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਨੂੰ ਕੋਈ ਬਹੁਤ ਵੱਡਾ ਲਾਸ ਹੋ ਸਕਦਾ ਸੀ? ਬਿਲਕੁਲ ਹੋ ਸਕਦਾ ਜੀ। ਉਹਦਾ ਕਾਰਨ ਇਹ ਆ ਕਿ ਆਪਣੀ ਮੌਤ ਤੋਂ ਪਹਿਲਾਂ ਦੀਪ ਸਿੱਧੂ ਹੋਰੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਮਦਦ ਕਰ ਰਹੇ ਸੀਗੇ ਜੀ। ਤੁਹਾਨੂੰ ਪਤਾ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਸੰਗਰੂਰ ਜ਼ਿਲ੍ਹੇ ਦੇ ਅਮਰਗੜ੍ਹ ਹਲਕੇ ਤੋਂ ਚੋਣ ਲੜ ਰਹੇ ਨੇ। ਤੇ ਦੀਪ ਸਿੱਧੂ ਹੋਰਾਂ ਨੇ ਇੱਕ ਹੱਥ ਵਿੱਚ ਝਾੜੂ ਫੜ ਕੇ ਤੇ ਇੱਕ ਹੱਥ ਵਿੱਚ ਕਿਰਪਾਨ ਫੜ ਕੇ ਇਹ ਕਿਹਾ ਸੀਗਾ ਕਿ ਦੇਖੋ, ਇਹ ਪਾਰਟੀ ਜਿਹੜੀ ਆ ਇਹ ਸਾਨੂੰ ਝਾੜੂ ਫੜਾਉਣਾ ਚਾਹੁੰਦੀ ਆ। ਝਾੜੂ ਨੂੰ ਉਹਨਾਂ ਨੇ ਇੱਕ ਚੋਣ ਨਿਸ਼ਾਨ ਦੇ ਤੌਰ ਤੇ ਨਹੀਂ, ਉਹਨਾਂ ਨੇ ਇੱਕ ਸਿੰਬਲ ਦੇ ਤੌਰ ਤੇ ਵਰਤਿਆ ਕਿ ਸਾਨੂੰ ਝਾੜੂ ਮਾਰਨ ਵਾਲੇ ਬਣਾਉਣਾ ਚਾਹੁੰਦੇ ਆ। ਕਿ ਤੁਸੀਂ ਝਾੜੂ ਮਾਰਨ ਵਾਲੇ ਬਣਨਾ ਚਾਹੁੰਦੇ ਆ ਕਿ ਤੁਸੀਂ ਆਪਣੇ ਹੱਕ ਲੈਣ ਲਈ ਜਿਹੜੀ ਤਲਵਾਰ ਹੈ, ਕਿਰਪਾਨ ਜਿਹੜੀ ਆ ਵੀ ਇਹ ਕਿਰਪਾਨ ਦੇ ਪਾਸੇ ਜਾਣਾ ਚਾਹੁੰਦੇ ਹੋ। ਤੇ ਉਹਨਾਂ ਦੀ ਜਿਹੜੀ ਅਪੀਲ ਹੈ, ਜਦੋਂ ਕੋਈ ਗਿੱਲ ਸਾਹਿਬ ਬੰਦਾ ਦੁਨੀਆ ਤੋਂ ਤੁਰ ਜਾਂਦਾ ਹੈ ਨਾ, ਖਾਸ ਕਰਕੇ ਜਦੋਂ ਕੋਈ ਐਕਸੀਡੈਂਟ ਹੁੰਦਾ ਆ ਜਾਂ ਜਿਸ ਤਰ੍ਹਾਂ ਦੀ ਜਿਹੜੀ ਦੀਪ ਸਿੱਧੂ ਦੀ ਇੱਕ ਛਵੀ ਬਣ ਗਈ ਸੀਗੀ, ਇੱਕ ਇਮੇਜ ਬਣ ਗਿਆ ਸੀਗਾ, ਨੌਜਵਾਨਾਂ ਦੇ ਇੱਕ ਹਿੱਸੇ ਦੇ ਵਿੱਚ ਉਹਦਾ ਪ੍ਰਭਾਵ ਜਿਹੜਾ ਆ ਉਹ ਹੁਣ ਉਹਦੇ ਜਾਣ ਤੋਂ ਬਾਅਦ ਉਹਦੇ ਸੰਸਕਾਰ ਦੇ ਉੱਤੇ ਤੇ ਜਿਹੜਾ ਭੋਗ ਪਿਆ ਫਤਿਹਗੜ੍ਹ ਸਾਹਿਬ, ਉਹਦੇ 'ਚੋਂ ਵੀ ਪਤਾ ਲੱਗਾ ਕਿ ਉਹਦਾ ਇੱਕ ਹਿੱਸੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੜਾ ਵੱਡਾ ਪ੍ਰਭਾਵ ਸੀਗਾ। ਔਰ ਉਹਨੇ ਇਹ ਅਪੀਲ ਕੀਤੀ ਸੀਗੀ, ਸਮਝ ਲਓ ਵੀ ਜੇ ਉਹ ਜਿੰਦਾ ਰਹਿੰਦਾ ਤਾਂ ਸ਼ਾਇਦ ਉਸ ਅਪੀਲ ਦਾ ਅਸਰ ਕਿੰਨਾ ਹੁੰਦਾ ਅਸੀਂ ਕਹਿ ਨਹੀਂ ਸਕਦੇ, ਪਰ ਉਹਦੇ ਜਾਣ ਤੋਂ ਬਾਅਦ ਕਿਉਂਕਿ ਅਪੀਲ ਕਰਕੇ ਉਹ ਚਲਾ ਗਿਆ, ਅਪੀਲ ਕਰਨ ਵਾਲਾ ਚਲਾ ਗਿਆ, ਇਸ ਕਰਕੇ ਉਸ ਅਪੀਲ ਦਾ ਅਸਰ ਹੋਇਆ ਵੀ ਝਾੜੂ ਨੂੰ ਵੋਟ ਨਾ ਪਾਇਓ। ਤੇ ਇਹਦੇ ਨਾਲ ਹੀ ਇੱਕ ਫੈਕਟਰ ਇਹ ਹੋ ਗਿਆ ਕਿ ਹੁਣ ਪਤਾ ਨਹੀਂ ਪੰਜਾਬ ਦੇ ਵਿੱਚੋਂ ਕੋਈ ਸੱਜਣ ਦੱਸ ਸਕਦੇ ਨੇ ਵੀ ਕਿੰਨਾ ਕੁ ਉਹਦਾ ਅਸਰ ਹੋਇਆ ਹੋਵੇਗਾ। ਇੱਕ ਪਤਾ ਨਹੀਂ ਗੁਰਪਤਵੰਤ ਪੰਨੂ ਨੇ ਅਪੀਲ ਕੀਤੀ ਕਿ ਜਾਂ ਉਹਦੇ ਨਾਂ ਦੇ ਉੱਤੇ ਕੋਈ ਕਿਸੇ ਨੇ ਅਪੀਲ ਕਰ ਦਿੱਤੀ, ਪੱਤਰ ਕੱਢ ਦਿੱਤਾ ਕਿ ਬਈ ਝਾੜੂ ਨੂੰ ਵੋਟ ਬਿਲਕੁਲ ਨਾ ਪਾਇਓ। ਸੋ ਇਸ ਕਰਕੇ ਝਾੜੂ ਦੇ ਉੱਤੇ ਯਾਨੀ ਆਮ ਆਦਮੀ ਪਾਰਟੀ ਦੀ ਵੋਟਿੰਗ ਦੇ ਉੱਤੇ ਇਸ ਗੱਲ ਦਾ ਅਸਰ ਜ਼ਰੂਰ ਹੋਇਆ ਵਾ। ਦੂਜੀ ਗੱਲ ਇਹ ਆ ਕਿ ਅਕਾਲੀ ਦਲ ਬਾਦਲ ਜਿਹੜਾ ਆ ਇਹਦੀ ਵੋਟ ਜਿਹੜੀ ਆ ਕੁਝ ਵੋਟ ਸਾਂਝੀ ਸੀਗੀ ਆਮ ਆਦਮੀ ਪਾਰਟੀ ਨਾਲ, ਖਾਸ ਕਰਕੇ ਮਾਲਵੇ ਦੇ ਏਰੀਏ ਦੇ ਵਿੱਚ। ਤੇ ਉਹ ਵੋਟ ਵੀ ਜਿਹੜੀ ਆ ਫਿਰ ਉਹ ਇਹ ਜਿਹੜੀ ਅਪੀਲ ਕੀਤੀ ਗਈ, ਭਾਵੇਂ ਕਿ ਦੀਪ ਸਿੱਧੂ ਨੇ ਤਾਂ ਮਾਨ ਸਾਹਿਬ ਦੇ ਹੱਕ 'ਚ ਹੀ ਕੀਤੀ ਸੀਗੀ, ਪਰ ਇਹ ਅਕਾਲੀ ਦਲ ਦੇ ਹੱਕ ਦੇ ਵਿੱਚ ਵੀ ਕਿਤੇ ਕਿਤੇ ਗਈ ਹੈਗੀ ਆ, ਮਾਨ ਦਲ ਦੇ ਹੱਕ 'ਚ ਵੀ ਗਈ ਆ। ਅਮਰਗੜ੍ਹ ਦੇ ਵਿੱਚ ਔਰ ਜਿਹੜੀਆਂ ਸਰਾਊਂਡਿੰਗ ਆਲੇ ਦੁਆਲੇ 2-3 ਹਲਕੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹਦਾ ਅਸਰ ਪਿਆ ਆ। ਸੋ ਕਹਿਣ ਦਾ ਮਤਲਬ ਇਹ ਆ ਜੀ ਕਿ ਆਮ ਆਦਮੀ ਪਾਰਟੀ ਦਾ ਮੁੱਖ ਆਧਾਰ ਜਿਹੜਾ ਆ ਉਹ ਮਾਲਵੇ 'ਚ ਆ।
ਪਿਛਲੀ ਵਾਰੀ ਵੀ ਜ਼ਿਆਦਾ ਸੀਟਾਂ ਜਿਹੜੀਆਂ ਆ ਉਹ ਉਹਨਾਂ ਨੂੰ ਮਾਲਵੇ ਚੋਂ ਮਿਲੀਆਂ ਸੀਗੀਆਂ। ਤੇ ਇਸ ਤਰੀਕੇ ਨਾਲ ਗਿੱਲ ਸਾਹਿਬ ਇਹ ਫਿਕਰਮੰਦੀ ਵਾਲੀ ਗੱਲ ਹੈਗੀ ਆ ਜੀ। ਕਿ ਅੱਛਾ ਇਹ ਗੱਲਾਂ ਪ੍ਰੋਫੈਸਰ ਸਾਹਿਬ, ਮੈਂ ਇਹ ਸੁਣ ਰਿਹਾ ਸੀਗਾ ਕਿ ਪਤਵੰਤ ਪੰਨੂ ਹੋਰਾਂ ਨੇ ਭਾਵੇਂ ਉਹਨਾਂ ਦਾ ਨਿਸ਼ਾਨਾ ਇਹੋ ਹੀ ਹੋਵੇ ਕਿ ਆਮ ਆਦਮੀ ਪਾਰਟੀ ਦੇ ਉੱਥੇ ਪੈਰ ਨਾ ਲੱਗਣ, ਤੇ ਇੱਕ ਪਾਸੇ ਜਿਹੜਾ ਇੱਕ ਨੈਰੇਟਿਵ ਸਿਰਜਿਆ ਗਿਆ ਸੀਗਾ ਭਾਰਤੀ ਸਟੇਟ ਵੱਲੋਂ ਖਾਸ ਕਰਕੇ ਔਰ ਉੱਥੋਂ ਦੀ ਹਾਕਮ ਪਾਰਟੀਆਂ ਵੱਲੋਂ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਆ ਇਹਦੇ ਆਉਣ ਤੋਂ ਬਾਅਦ ਪੰਜਾਬ ਵਿੱਚ ਅਨਰੈਸਟ ਹੋ ਜਾਏਗੀ, ਕਿਉਂਕਿ ਇਹਨਾਂ ਦਾ ਲੈਣ ਦੇਣ ਥੋੜ੍ਹਾ ਜਿਹਾ ਖਾਲਿਸਤਾਨੀ ਪੱਖੀਆਂ ਨਾਲ ਵੀ ਹੈ। ਜਿਹੜੀ ਗੱਲ ਉਹਨਾਂ ਨੇ ਕੁਮਾਰ ਵਿਸ਼ਵਾਸ ਕੋਲੋਂ ਐਨ ਮੌਕੇ 'ਤੇ ਆ ਕੇ ਕਹਾਈ, ਤੇ ਉਹਨਾਂ ਦਿਨਾਂ 'ਚ ਇਹ ਖਬਰ ਆ ਰਹੀ ਸੀ ਕਿ ਪਤਵੰਤ, ਆਪਾਂ ਸ਼ਾਇਦ ਸਾਂਝੀ ਵੀ ਕੀਤੀ ਹੋਵੇ, ਕਿ ਪਤਵੰਤ ਪੰਨੂ ਹੋਰਾਂ ਦਾ ਇੱਕ ਬਿਆਨ ਵੀ ਘੁੰਮ ਰਿਹਾ ਹੈ ਕਿ ਉਹ ਚਾਹ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਹਾਂ। ਤੇ ਸ਼ਾਇਦ ਤੁਸੀਂ ਮੈਨੂੰ ਇਹ ਕਿਹਾ ਸੀ ਕਿ ਪਤਵੰਤ ਪੰਨੂ ਹੋਰਾਂ ਦਾ ਸਪੋਰਟ ਕਰਨ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਨੁਕਸਾਨ ਹੋਏਗਾ ਇਸ ਚੀਜ਼ ਦਾ। ਤੇ ਜੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਉਹਨਾਂ ਨੂੰ ਵੋਟ ਨਾ ਪਾਓ, ਇਹ ਦੋ ਤਰ੍ਹਾਂ ਦੀਆਂ ਕੰਟਰਾਡਿਕਸ਼ਨ ਨੇ। ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਉਹ ਖਾਲਿਸਤਾਨੀ ਧਿਰਾਂ ਦੇ ਨਾਲ ਖੜਦੇ ਨੇ, ਵਰਤਾਂਤ ਇੱਦਾਂ ਦਾ ਸਿਰਜ ਰਿਹਾ ਸੀ ਸਟੇਟ ਭਾਰਤ ਦੀ, ਤੇ ਦੂਜੇ ਪਾਸੇ ਪਤਵੰਤ ਪੰਨੂ ਹੋਰੀ ਕਿਤੇ ਕਹਿ ਰਹੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ 'ਚ ਜਾਵਾਂਗੇ, ਤੇ ਕੁਛ ਹੁਣ ਖਬਰ ਇਹ ਆਈ ਕਿ ਉਹਨਾਂ ਨੇ ਸ਼ਾਇਦ ਵਿਰੋਧ ਕੀਤਾ। ਮੇਰੇ ਖਿਆਲ ਤੇ ਜੇ ਉਹ ਸਪੋਰਟ ਕਰਦੇ ਤੇ ਜ਼ਿਆਦਾ ਡੇਂਜਰਸ ਸੀਗਾ, ਜੇ ਉਹਦੀ ਵਿਰੋਧ ਕੀਤਾ ਆ ਤੇ ਫਿਰ ਸ਼ਾਇਦ ਉਹਨਾਂ ਨੂੰ ਇੰਨਾ ਨੁਕਸਾਨ ਨਾ ਹੋਵੇ। ਉਹਨਾਂ ਨੂੰ ਅਸਲ ਦੇ ਵਿੱਚ ਜੀ ਮੈਨੂੰ ਥੋੜਾ ਜਿਹਾ ਮਗਾਲਤਾ ਲੱਗਿਆ ਆ। ਗੁਰਪਤਵੰਤ ਪੰਨੂ ਹੁਣਾਂ ਨੇ ਸਪੋਰਟ ਕੀਤੀ ਹੈਗੀ ਆ ਆਮ ਹਾਂਜੀ, ਆਦਮੀ ਉਹ ਪਾਰਟੀ ਤੁਸੀਂ ਉਲਟ ਦੀ। ਗੱਲ ਕਰਤੀ ਨਾ, ਮੈਂ ਤੇ ਇਹੀ ਸੋਚ ਰਿਹਾ ਹਾਂ, ਸੀ। ਉਹ ਉਲਟ ਕਰਦੀ, ਕਿਉਂਕਿ ਉਹਨਾਂ ਦੀ ਸਪੋਰਟ ਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਤੋਂ ਬਹੁਤੇ ਲੋਕ ਦੂਰ ਹੋਣ। ਉਹਨਾਂ ਨੇ ਯਾਨੀ ਸਪੋਰਟ ਕਰਕੇ, ਮੈਂ ਮਗਾਲਤਾ ਇਸ ਕਰਕੇ ਖਾਧਾ, ਗਲਤੀ ਇਸ ਕਰਕੇ ਖਾਧੀ ਆ ਕਿ ਉਹਨਾਂ ਨੇ ਸਪੋਰਟ ਕਰਕੇ ਵਿਰੋਧ ਕੀਤਾ ਹੈਗਾ। ਆਮ ਆਦਮੀ ਪਾਰਟੀ ਦੀ ਸਪੋਰਟ ਦਾ ਮਤਲਬ ਇਹ ਆ ਹਾਂਜੀ। ਕਿ ਖਾਲਿਸਤਾਨੀ ਐਲੀਮੈਂਟ ਜੇ ਸਪੋਰਟ ਕਰਦੇ ਆ ਤਾਂ ਫਿਰ ਕਾਫੀ ਵੋਟ ਜਿਹੜੀ ਆ ਉਹਨਾਂ ਦੀ ਟੁੱਟਦੀ ਆ। ਸੋ ਜਿਹੜਾ ਦੀਪ ਸਿੱਧੂ ਵਾਲਾ ਫੈਕਟਰ ਆ ਜੀ, ਉਹ ਵੀ, ਤੇ ਗੁਰਪਤਵੰਤ ਪੰਨੂ ਵਾਲਾ ਵੀ। ਗੁਰਪਤਵੰਤ ਪੰਨੂ ਤੇ ਮੈਨੂੰ ਬਹੁਤਾ ਨਹੀਂ ਵੀ ਇਹਦਾ ਕਿੰਨਾ ਕੁ ਅਸਰ ਪਿਆ ਹੋਊਗਾ, ਪਰ ਜਿਹੜੀ ਦੀਪ ਸਿੱਧੂ ਵਾਲੀ ਅਪੀਲ ਹੈਗੀ ਹੈ ਜੀ, ਉਹਦਾ ਅਸਰ ਉਹਦੇ ਤੇ ਜ਼ਰੂਰ ਪਿਆ ਹੈਗਾ, ਖਾਸ ਕਰਕੇ ਉਹਦੇ ਤੁਰ ਜਾਣ ਤੋਂ ਬਾਅਦ। ਜੇ ਉਹ ਜਿੰਦਾ ਰਹਿੰਦਾ ਫਿਰ ਸ਼ਾਇਦ ਉਹਦਾ ਅਸਰ ਇੰਨਾ ਨਾ ਹੁੰਦਾ, ਉਹਦੇ ਜਾਣ ਤੋਂ ਬਾਅਦ ਇਹਦਾ ਅਸਰ ਪਿਆ। ਤਾਂ ਉਹਦਾ ਗੱਲ ਤਾਂ ਆਪਾਂ ਇੱਥੋਂ ਕਰ ਰਹੇ ਸੀਗੇ ਨਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਸਾਰਾ ਲੱਗਿਆ ਔਰ ਉਹ ਫਿਕਰਮੰਦ ਨੇ। ਜਿਹੜਾ ਵੋਟਿੰਗ ਤੋਂ ਪਹਿਲਾਂ ਉਹਨਾਂ ਦਾ ਇਹ ਸੀਗਾ ਭਰਮ ਜਾਂ ਵਿਸ਼ਵਾਸ ਕਿ ਭਈ ਅਸੀਂ ਮੈਜੋਰਟੀ ਲਿਜਾ ਰਹੇ ਹਾਂ, ਤੇ ਇਹ ਉਹਨਾਂ ਦਾ ਭਰਮ ਜਿਹੜਾ ਹੈਗਾ ਉਹ ਕੁਝ ਟੁੱਟਿਆ ਲੱਗਦਾ ਜੀ। ਫੈਕਟਰ ਤੇ ਹੋਰ ਵੀ ਨੇ, ਆਪਾਂ ਇਸ ਗੱਲ ਨੂੰ ਕੰਟੀਨਿਊ ਕਰਦੇ ਹਾਂ, ਪਰ ਜਿਹੜੀ ਗੱਲ ਆਪਾਂ ਨੂੰ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਸੀ ਉਹ ਅਸੀਂ ਭੁੱਲ ਗਏ ਕਿਤੇ ਨਾ ਕਿਤੇ, ਕਿ ਇੱਕ ਬੜੇ ਨਾਮਵਰ ਗਾਇਕ ਜਿਹੜੇ ਇਫਟਾ ਦੇ ਫਾਊਂਡਰ ਮੈਂਬਰਾਂ ਦੇ ਵਿੱਚ ਗਿਣੇ ਵੀ ਜਾਂਦੇ ਸੀਗੇ, ਅਮਰਜੀਤ ਗੁਰਦਾਸਪੁਰੀ ਹੀਰੀ, ਤੁਹਾਡੇ ਤੇ ਖਾਸ ਕਰਕੇ ਜ਼ਿਲ੍ਹੇ ਦੇ ਨੇ, ਤੇ ਅਸੀਂ ਬਚਪਨ 'ਚ ਜਦੋਂ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਉਹ ਸਾਡੇ ਪਿੰਡਾਂ 'ਚ ਆ ਕੇ ਰੌਣਕਾਂ ਲਾਇਆ ਕਰ। ਮੈਂ ਬਹੁਤ ਵਾਰ ਉਹਨਾਂ ਨੂੰ ਸੁਣਿਆ, ਸਿੱਧੇ ਤੌਰ ਤੇ ਬਹਿ ਕੇ ਤੇ ਨਹੀਂ, ਪਰ ਸੁਣਿਆ ਵੀ ਬਚਪਨ 'ਚ ਹੀ ਆ। ਚਿੱਟੀ ਚਿੱਟੀ ਪਗੜੀ ਤੂੰ ਘੁੱਟ ਘੁੱਟ ਬੰਨਿਆ ਵੇ ਕਰ, ਭਲਾ ਤੈਨੂੰ ਮੇਰੀ ਸਹੁੰ ਵਿੱਚ ਤੂੰ ਗੁਲਾਬੀ ਫੁੱਲ ਟੰਗਿਆ ਵੇ ਕਰ। ਇਹ ਗੀਤ ਉਹਨਾਂ ਦਾ ਬਾਰ-ਬਾਰ ਲੋਕ ਸੁਣਦੇ ਹੁੰਦੇ ਸੀ, ਤੇ ਵੈਸੇ ਵੀ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਸਾਰਾ ਜ਼ਿੰਦਗੀ 'ਚ ਜਿਹੜਾ ਗੀਤ ਸੰਗੀਤ ਦੇ ਨਾਲ ਜੁੜੇ ਰਹੇ, ਉਹ ਅਖੀਰ ਤੱਕ ਐਕਟਿਵ ਰਹੇ, ਤੇ ਉਹ ਅਕਾਲ ਚਲਾਣਾ ਕਰਕੇ ਜੀ ਉਹ ਆਪਣੇ ਦਰਮਿਆਨ ਨਹੀਂ ਰਹੇ। ਅਸੀਂ ਆਪਣੇ ਅਦਾਰੇ ਵੱਲੋਂ, ਆਪਣੀ ਪੂਰੀ ਟੀਮ ਵੱਲੋਂ ਜਿਹੜਾ ਉਹਨਾਂ ਦੇ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਆਪਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ, ਅਸੀਂ ਪਹਿਲਾਂ ਖਬਰ ਲੈ ਲਈ। ਬਿਲਕੁਲ ਜੀ। ਮੈਂ ਕੇਵਲ ਉਹਨਾਂ ਨੂੰ ਸੁਣਿਆ ਹੀ ਨਹੀਂਗਾ, ਮੈਨੂੰ ਉਹਨਾਂ ਦੀ ਸੰਗਤ ਮੰਨਣ ਦਾ ਵੀ ਬਹੁਤ ਵਾਰੀ ਮੌਕਾ ਮਿਲਿਆ ਜੀ। ਉਹਨਾਂ ਦਾ ਬੇਟਾ, ਮੈਂ ਜਦੋਂ ਸਰਕਾਰੀ ਕਾਲਜ ਕਾਲਾ ਅਫਗਾਨਾ ਪੜ੍ਹਾਉਂਦਾ ਸੀਗਾ, ਤੇ ਉਹਨਾਂ ਦਾ ਬੇਟਾ ਜਿਹੜਾ ਕਿ ਬਦਕਿਸਮਤੀ ਨੂੰ ਗੁਰਦਾਸਪੁਰੀ ਹੁਣਾਂ ਦੇ ਜਾਣ ਤੋਂ ਪਹਿਲਾਂ ਹੀ ਚਲਾ ਗਿਆ, ਉਹ ਮੇਰਾ ਵਿਦਿਆਰਥੀ ਹੁੰਦਾ ਸੀਗਾ। ਉਹਦਾ ਨਾਂ ਸੀਗਾ ਪਰਮ ਸੁਨੀਲ ਸਿੰਘ। ਤੇ ਗੁਰਦਾਸਪੁਰੀ ਹੁਣਾਂ ਨੂੰ ਸੰਗਤ ਮਾਨਣ ਦਾ ਵੀ ਮੌਕਾ ਮਿਲਿਆ, ਉਹਨਾਂ ਦੀ ਮੇਜ਼ਬਾਨੀ ਕਰਨ ਦਾ ਵੀ ਮੌਕਾ ਮਿਲਿਆ, ਔਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ, ਜਿੱਦਾਂ ਤੁਸੀਂ ਆਹ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਇੱਕ ਸਟੰਜਾ ਆਉਂਦਾ ਕਿ ਤੇ ਲੱਗ ਜਾਂਦੀ ਆ ਤੇਰੇ ਰੂਪ ਦੀ ਦੁਪਹਿਰ ਵਿੱਚ, ਸਾਡੀ ਵੀ ਗਲੀ ਤੂੰ ਕਦੇ ਲੰਘਿਆ ਕਰ, ਤੇ ਜਾਂ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ। ਇਹ ਉਹਦੇ ਜਿਹੜੇ ਗਾਏ ਹੋਏ ਗੀਤ ਨੇ। ਔਰ ਜਦੋਂ ਜਸਵੰਤ ਸਿੰਘ ਕੰਵਲ 99 ਸਾਲ ਦੇ ਹੋਏ ਤਾਂ 100ਵੇਂ ਸਾਲ ਦਾ ਉਹਨਾਂ ਦਾ ਆਰੰਭ ਹੋਇਆ, ਤਾਂ ਉੱਥੇ ਢੁੱਡੀ ਕੇ ਇੱਕ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ
ਗੁਰਦਾਸਪੁਰੀ ਹੋਰਾਂ ਨੇ ਹੀਰ ਗਾਈ ਔਰ ਕਮਾਲ ਕਰਤੀ। ਮਤਲਬ ਜਿਹੜੇ ਸਰੋਤੇ ਆ ਜਿਨ੍ਹਾਂ ਦੇ ਵਿੱਚ ਕਮਲ ਸਾਹਿਬ ਆਪ ਵੀ ਬੈਠੇ ਸੀਗੇ, ਆਪਣੇ ਬਲਵੰਤ ਸਿੰਘ ਰਾਮੂ ਵਾਲੀਆ ਸੀਗੇ, ਹੋਰ ਵੀ ਜਿਹੜੇ ਗੁਰਭਜਨ ਗਿੱਲ ਹੋਰਾਂ ਨੇ ਇਹ ਅਰੇਂਜ ਕੀਤਾ ਸੀਗਾ, ਤੇ BBC ਪੰਜਾਬੀ ਨੇ ਉਹਨੂੰ ਲਾਈਵ ਟੈਲੀਕਾਸਟ ਕੀਤਾ ਸੀਗਾ। ਉਹ ਜਿਹੜੀਆਂ ਉਹਨਾਂ ਦੀਆਂ ਯਾਦਾਂ ਨੇ ਜੀ, ਔਰ ਉਹ ਉਹਨਾਂ ਨੂੰ ਗੱਲ ਬੜੀ ਵਧੀਆ ਕਰਨੀ ਆਉਂਦੀ ਸੀਗੀ। ਔਰ ਉਹਨਾਂ ਬਾਰੇ ਇਹ ਮਸ਼ਹੂਰ ਆ ਭਈ ਜਦੋਂ ਕੋਈ ਰਸ਼ੀਅਨ ਲੀਡਰ ਜਿਹੜਾ ਹੈਗਾ ਉਹ ਪੰਜਾਬ ਆਇਆ ਤਾਂ ਉਹਨਾਂ ਨੇ ਆਪਣਾ ਇੱਕ ਗੀਤ ਪੇਸ਼ ਕੀਤਾ, ਤੇ ਮੁੜ ਕੇ ਉਹਨਾਂ ਨੂੰ ਸਿਫਾਰਿਸ਼ ਕੀਤੀ ਗਈ, ਨਹੀਂ ਅੱਜ ਕੋਈ ਆਇਆ ਸਾਡੇ ਵਿਹੜੇ, ਪ੍ਰੋਫੈਸਰ ਮੋਹਨ ਸਿੰਘ ਦਾ ਬਹੁਤ ਪ੍ਰਸਿੱਧ ਗੀਤ ਆ, ਤੁਸੀਂ ਸੁਣਿਆ ਹੋਣਾ। ਮਤਲਬ ਪ੍ਰੋਫੈਸਰ ਮੋਹਨ ਸਿੰਘ ਦੀ ਬੜੀ ਬਾ ਕਮਾਲ ਰਚਨਾ ਜੀ ਹੈ। ਹਾਂਜੀ, ਬਾ ਕਮਾਲ ਰਚਨਾ ਹੈ। ਔਰ ਉਹ ਜਦੋਂ ਕੋਈ ਸਵਾਗਤ ਕਰਨ ਵਾਲੀ ਗੱਲ ਹੁੰਦੀ ਆ ਤੇ ਉਹ ਫਿਰ ਗੀਤ ਜਿਹੜਾ ਆਮ ਤੌਰ ਤੇ ਪੇਸ਼ ਕੀਤਾ ਜਾਂਦਾ ਆ। ਹਾਂਜੀ, ਗੁਰਦਾਸਪੁਰੀ ਹੋਰਾਂ ਨੂੰ ਕਿਹਾ ਗਿਆ ਬਈ ਨਾ ਪ੍ਰਤਾਪ ਸਿੰਘ ਕੈਰੋਂ ਨੇ ਆਉਣਾ ਹੈਗਾ, ਤੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਤੁਸੀਂ ਇਹ ਗੀਤ ਪੇਸ਼ ਕਰੋ। ਸ਼ਾਇਦ ਕੈਰੋਂ ਹੋਣਾ ਦੀ ਵੀ ਇੱਛਾ ਇਹ ਹੋਵੇ, ਤੇ ਗੁਰਦਾਸਪੁਰੀ ਹੋਰਾਂ ਨੇ ਉਹਨਾਂ ਦਿਨਾਂ ਦੇ ਵਿੱਚ, ਤੁਹਾਨੂੰ ਪਤਾ ਵੀ ਕੈਰੋਂ ਹੋਣੀ ਕਿੰਨੇ ਜ਼ਬਰਦਸਤ ਜਬੇ ਵਾਲੇ ਮੁੱਖ ਮੰਤਰੀ ਸੀਗੇ, ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਗੀਤ ਮੈਂ ਪ੍ਰਤਾਪ ਸਿੰਘ ਕੈਰੋਂ ਦੀ ਆਮਦ ਦੇ ਉੱਤੇ ਨਹੀਂ ਗਾ ਸਕਦਾ। ਯਾਨੀ ਉਹਨਾਂ ਦੀ ਜੁਰਤ ਦੀਆਂ ਗੱਲਾਂ ਵੀ ਹੁੰਦੀਆਂ ਨੇ, ਤੇ ਮੈਨੂੰ ਤਾਂ ਬਾਰ-ਬਾਰ ਉਹ ਯਾਦ ਆਉਂਦੇ ਨੇ ਜਦੋਂ ਮੁੰਡਾ ਉਹਨਾਂ ਦਾ ਪੜ੍ਹਦਾ ਸੀਗਾ ਨਾ ਜੀ ਮੇਰੇ ਕੋਲ ਜੀ, ਤੇ ਮੈਨੂੰ ਪੁੱਛਦੇ ਵੀ ਕਿੱਦਾਂ ਕੀ ਹਾਲ ਚਾਲ ਆ ਸੁਨੀਲ ਦਾ। ਉਹਨੂੰ ਸੁਨੀਲ ਛੋਟਾ ਨਾਂ ਉਹਦਾ ਸੀਗਾ, ਪਰਮ ਸੁਨੀਲ ਸਿੰਘ ਸੀ ਨਾ। ਮੈਂ ਕਿਹਾ ਜੀ ਉਹ ਗਾਉਂਦਾ ਬੜਾ ਵਧੀਆ। ਕਹਿੰਦੇ ਯਾਰ ਦੱਸ ਇਹ ਤੂੰ ਉਹਦੀ ਕੀ ਸਿਫਤ ਦੱਸਣਾ, ਮਰਾਸੀ ਦਾ ਪੁੱਤ ਜੇ ਗਾਵੇ ਤਾਂ ਇਹ ਕੋਈ ਖਬਰ ਵਾਲੀ ਗੱਲ ਥੋੜੀ ਬਣਦੀ ਆ। ਮੈਂ ਤੇ ਤੈਨੂੰ ਪੁੱਛਿਆ ਸੀ ਵੀ ਪੜ੍ਹਾਈ 'ਚ ਕਿੱਦਾਂ ਆ। ਉਹ ਅਮਰਜੀਤ ਗੁਰਦਾਸਪੁਰੀ ਦਾ ਪੁੱਤ ਆ, ਉਹਨੇ ਗਾਉਣਾ ਤਾਂ ਹੈਗਾ ਹੀ ਆ ਚੰਗਾ। ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ, ਔਰ ਇੱਕ ਵਾਰੀ ਨਾ ਹੀ ਉਹਨਾਂ ਨੂੰ ਜੱਜ ਬਣਾਇਆ, ਕਵਿਤਾ ਦੇ ਮੁਕਾਬਲੇ ਸੀਗੇ, ਗੀਤਾਂ ਗਾਇਨ ਵੀ ਸੀਗਾ ਉਹਦੇ ਵਿੱਚ, ਤੇ ਇਹ ਜੱਜ ਦੇ ਤੌਰ ਦੇ ਉੱਤੇ ਨਾ ਜਦੋਂ ਕੋਈ ਚੰਗਾ ਗਾਉਣ ਵਾਲਾ ਆਵੇ ਤੇ ਸਿਰ ਹਿਲਾਉਣ ਨਾਲ, ਤੇ ਉਹ ਕਿਸੇ ਨੇ ਟੀਮਾਂ ਵਾਲੇ ਨੇ ਇਤਰਾਜ਼ ਵੀ ਕੀਤਾ ਵੀ ਜੱਜ ਸਾਹਿਬ ਜਿਹੜੇ ਆ ਉਹ ਸਿਰ ਹਿਲਾਉਂਦੇ ਆ ਤੇ ਇਹਦਾ ਮਤਲਬ ਵੀ ਇਹਨੂੰ ਵੱਧ ਨੰਬਰ ਦੇਣਗੇ ਉਹ। ਤੇ ਗੁਰਦਾਸਪੁਰੀ ਸਾਹਿਬ ਕਹਿੰਦੇ ਵੀ ਮੈਂ ਤਾਂ ਉਹ ਗੀਤ ਜਿਹੜੀ ਰਚਨਾ ਗਾਈ ਜਾ ਰਹੀ ਆ ਉਹਨੂੰ ਇੰਜੋਏ ਕਰਦਾ ਆ, ਨੰਬਰ ਤੇ ਮੈਂ ਉਸ ਹਿਸਾਬ ਨਾਲ ਹੀ ਦੇਣੇ ਆ ਵੀ ਉਹ ਕਿੱਥੇ ਸਟੈਂਡ ਕਰਦਾ ਆ। ਸੋ ਜੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ, ਉਹ ਆਪਣੀਆਂ ਯਾਦਾਂ ਛੱਡ ਗਏ ਨੇ, ਬੜੀ ਲੰਮੀ ਉਮਰ ਭੋਗ ਕੇ ਗਏ ਨੇ। ਤੇ ਗੁਰਭਜਨ ਗਿੱਲ ਨਾਲ ਮੇਰੀ ਸਵੇਰੇ ਗੱਲ ਹੋ ਰਹੀ ਸੀਗੀ, ਤੇ ਉਹ ਕਹਿੰਦੇ ਵੀ ਸਾਡਾ ਜ਼ਿਲ੍ਹੇਦਾਰ ਵੀ ਚਲਾ ਗਿਆ ਤੇ ਕਿਲੇਦਾਰ ਵੀ ਚਲਾ ਗਿਆ। ਮਤਲਬ ਹੋਮ ਡਿਸਟ੍ਰਿਕਟ ਗੁਰਦਾਸਪੁਰ ਹੋਣ ਕਰਕੇ ਨਾ ਜੀ ਮੈਂ ਸਮਝ ਸਕਦਾ ਹਾਂ। ਜ਼ਿਲ੍ਹੇਦਾਰ ਕਹਿੰਦੇ ਹੁੰਦੇ ਸੀ ਜਿਨ੍ਹਾਂ 'ਚ ਗੁਰਭਜਨ ਵੀ ਆ, ਮੈਂ ਵੀ ਆ, ਤੇ ਤੁਸੀਂ ਵੀ ਬੜੇ ਫਿਰਦੇ ਰਹੇ ਜੇ ਉਧਰ, ਇਸ ਕਰਕੇ ਤੁਹਾਨੂੰ ਵੀ ਸਮਝਿਆ ਜਾ ਸਕਦਾ। ਅੱਛਾ, ਨਹੀਂ ਮੈਂ ਚਲੋ ਇਸ ਮੌਕੇ ਤੇ ਵੈਸੇ ਗੱਲ ਕਰਨ ਵਾਲੀ ਨਹੀਂ, ਮੈਂ ਕਿਸੇ ਦਿਨ ਫਿਰ ਤੁਹਾਡੇ ਕੋਲ ਮੈਂ ਪੁੱਛਣਾ ਆ। ਮੇਰੇ ਕਈ ਸੀਨੀਅਰ ਦੋਸਤਾਂ ਨੇ ਕਈ ਵਾਰ ਜ਼ਿਕਰ ਕੀਤਾ ਗੁਰਦਾਸਪੁਰ ਦੇ ਇੱਕ ਹੋਰ ਬੜੇ ਅੱਛੇ ਆਰਟਿਸਟ, ਕਦੀ ਮੈਂ ਨਹੀਂ ਉਹਨਾਂ ਨੂੰ ਕਦੀ ਸੁਣ ਵੇਖ ਸਕਿਆ, ਜਾਂ ਤੇ ਸਾਡੇ ਸਮਿਆਂ ਤੋਂ ਪਹਿਲੇ ਸਮੇਂ ਦੇ ਆ ਤੇ ਜਾਂ ਫਿਰ ਮੈਂ ਮਿਸ ਕਰ ਗਿਆ। ਉਹਨਾਂ ਦਾ ਨਾਂ ਸੀ ਜੋਗਿੰਦਰ ਬਾਹਰਲਾ। ਉਹਨਾਂ ਬਾਰੇ ਮੈਂ ਬਹੁਤ ਚਰਚਾ ਸੁਣੀ ਆ ਕਿ ਹਾਂਜੀ ਗਿੱਲ ਸਾਹਿਬ ਜੋਗਿੰਦਰ ਬਾਹਰਲਾ ਜਿਹੜੇ ਆ ਨਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੀਗੇ। ਅੱਛਾ ਜੀ। ਤੇ ਹਾਂ, ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਉਸ ਸਮੇਂ ਦੇ ਜਿਹੜੇ ਇਪਟਾ ਨਾਲ ਰਿਲੇਟਡ ਰਹੇ ਆ ਉਹ ਸੀਗਾ ਲੱਖਾ ਭਰਤ ਵਾਲਾ, ਜਿਹਦਾ ਗੀਤ ਬੜਾ ਮਸ਼ਹੂਰ ਹੋਇਆ ਸੀਗਾ, ਗੱਡੇ ਉਤੇ ਆ ਗਿਆ ਸੰਦੂਕ ਮੁਟਿਆਰ ਦਾ। ਹਾਂਜੀ, ਇਹ ਉਸ ਵੇਲੇ ਦੇ ਜਿਹੜੇ ਪ੍ਰੋਗਰੈਸਿਵ ਧਿਰਾਂ ਨਾਲ ਜੁੜੇ ਆ ਨਾ, ਲੱਖਾ ਭਰਥੀਆ, ਅਮਰਜੀਤ ਗੁਰਦਾਸਪੁਰੀ ਉਦੋਵਾਲੀ, ਕਸ਼ਮੀਰਾ ਸਿੰਘ ਬਖਸ਼ੀਵਾਲ, ਇਹ ਉਹਨਾਂ ਦਿਨਾਂ ਦੇ ਨੇ ਜਿਹੜੇ ਮਤਲਬ ਉਸ ਸਮੇਂ ਦੇ ਸੀਗੇ ਜੀ। ਅਸੀਂ ਉਹਨਾਂ ਨੂੰ ਅਕੀਦਤ ਵੀ ਪੇਸ਼ ਕਰਦੇ ਹਾਂ, ਔਰ ਇਹ ਮਹਿਸੂਸ ਕਰਦੇ ਹਾਂ ਕਿ ਉਹ ਆਪਣੇ ਗੀਤਾਂ ਕਰਕੇ, ਖਾਸ ਕਰਕੇ ਆਪਣੀ ਲੰਮੀ ਹੇਕ ਕਰਕੇ ਸਦਾ ਯਾਦ ਕੀਤੇ ਜਾਂਦੇ ਰਹਿਣਗੇ ਜੀ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਫਿਰ ਆਪਾਂ ਖਬਰਾਂ ਵੱਲ ਨੂੰ ਇੱਕ ਵਾਰੀ ਪਰਤਦੇ ਹਾਂ। ਬਿਕਰਮ ਮਜੀਠੀਆ ਹਰਾਂ ਨੂੰ ਆਖਰਕਾਰ ਸਰੈਂਡਰ ਕਰਨਾ ਪਿਆ ਅਦਾਲਤ ਵਿੱਚ, ਤੇ ਹਾਈ ਕੋਰਟ ਦਾ ਆਰਡਰ ਵੀ ਇਹ ਸੀ ਕਿ ਜਿਹੜੀ ਅਦਾਲਤ ਨੇ ਤੁਹਾਨੂੰ ਮਨਾ ਕੀਤਾ ਸੀਗਾ ਆਪਣੀ ਬੇਲ ਦੇਣ ਤੋਂ, ਤੇ ਉੱਥੇ ਜਾ ਕੇ ਤੁਹਾਨੂੰ ਸਰੈਂਡਰ ਕਰਨਾ ਪੈਣਾ, ਤੇ ਸੁਣਾਈ ਵੀ ਤੁਹਾਡੀ ਉੱਥੇ ਹੀ ਹੋਊਗੀ। ਤੇ ਆਖਰਕਾਰ ਉਹਨਾਂ ਨੂੰ ਜੇਲ੍ਹ ਦੀ ਯਾਤਰਾ ਕਰਨੀ ਪੈ ਗਈ। ਮੇਰੇ ਖਿਆਲ 8 ਤਰੀਕ ਤੱਕ ਉਹਨਾਂ ਨੂੰ ਜੇਲ੍ਹ ਭੇਜਤਾ ਜੁਡੀਸ਼ੀਅਲ ਹਵਾਲਾਤ ਦੇ ਵਿੱਚ। ਤੇ ਇਸ ਚੀਜ਼ ਦਾ ਹੁਣ ਵੋਟਾਂ 'ਤੇ ਕੋਈ ਅਸਰ ਨਹੀਂ ਪੈਣਾ,
ਪਰ ਪੰਜਾਬ ਦੇ ਮਾਹੌਲ ਤੇ ਕਿੰਨਾ ਕੁ ਅਸਰ ਪੈ ਸਕਦਾ ਆ ਜਦੋਂ ਉਹ ਅੱਜ ਮੈਂ ਵੇਖ ਰਿਹਾ ਸੀ ਇੱਕ ਵੀਡੀਓ, ਜਿਹੜੇ ਅਕਾਲੀ ਦਲ ਦੇ ਉਹਨਾਂ ਦੇ ਸਮਰਥਕ ਸੀ, ਉਹ ਜਦੋਂ ਉਹਨਾਂ ਨੂੰ ਪੁਲਿਸ ਅਰੈਸਟ ਕਰਕੇ ਲਿਜਾ ਰਹੀ ਸੀ ਤੇ ਨਾਅਰੇ ਲਾ ਰਹੇ ਸੀ, ਵਿਕਰਮ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਹ ਕਿਹੜੀ ਐਸੀ ਸੋਚ ਹੈ ਜਿਹੜੀ ਵਿਕਰਮ ਮਜੀਠੀਆ ਦੀ ਐਸੀ ਆ ਕਿ ਜਿੱਤੇ ਪਹਿਰਾ ਦੇਣਾ ਚਾਹੀਦਾ? ਕੀ ਉਹ ਕੋਈ ਚਿੱਟੇ ਚੁੱਟੇ ਵਾਲੀ ਹੈ ਜਾਂ ਕੋਈ ਹੋਰ ਵੀ ਹੈ ਸੋਚ ਚੰਗੀ? ਨਹੀਂ, ਉਹ ਪਹਿਰਾ ਤੇ ਠੋਕ ਕੇ ਦਿੱਤਾ ਹੀ ਜਾ ਰਿਹਾ ਜੀ। ਜਦੋਂ ਦਾ ਵਿਕਰਮ ਮਜੀਠੀਆ ਨੇ ਸ਼ੁਰੂ ਕੀਤਾ ਕੰਮ ਤੇ ਪੰਜਾਬ ਦੇ ਨੌਜਵਾਨ ਪਹਿਰਾ ਠੋਕ ਕੇ ਹੀ ਦੇ ਰਹੇ ਨੇ। ਚਿੱਟਾ ਜਿੰਨਾ ਵਿਕ ਰਿਹਾ, ਜਿੰਨਾ ਵਪਾਰ ਚਿੱਟੇ ਦਾ ਚੱਲ ਰਿਹਾ, ਜਿੰਨਾ ਇਹ ਪ੍ਰਫੁੱਲਤ ਹੋ ਰਿਹਾ ਹੈਗਾ, ਉਹ ਪਹਿਰਾ ਠੋਕ ਕੇ ਦਿੰਦੇ ਆ ਤੇ ਗਾਂਹ ਵੀ ਠੋਕ ਕੇ ਪਹਿਰਾ ਦੇਣਗੇ। ਤੇ ਬਾਕੀ ਜਿਹੜੀ ਸਿਆਸਤ ਵਾਲੀ ਗੱਲ ਹੈ ਨਾ ਜੀ, ਉਹਦੇ 'ਚ ਇਹ ਆ ਵੀ 8 ਤਰੀਕ ਤੱਕ ਉਹਨੂੰ ਭੇਜਿਆ ਹੈਗਾ ਤੇ ਚੋਣਾਂ ਦੇ ਨਤੀਜੇ ਆਉਣੇ ਆ 10 ਤਰੀਕ ਨੂੰ। ਇਹ 8 ਤਰੀਕ ਨੂੰ ਕੁਛ ਨਹੀਂ ਗਾ ਹੋਣਾ। ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਫੈਸਲਾ ਹੋਣਾ ਵਿਕਰਮ ਮਜੀਠੀਆ ਦੀ ਕਿਸਮਤ ਦਾ। ਜੇ ਤਾਂ ਗਿੱਲ ਸਾਹਿਬ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ, ਹਾਂਜੀ, ਫੇਰ ਤਾਂ ਜਿੱਥੇ ਕਿਤੇ ਮਤਲਬ ਇਹਦੀਆਂ ਪੈੜਾਂ ਜਾਂਦੀਆਂ ਹੋਣਗੀਆਂ ਨਾ ਮਜੀਠੀਏ ਦੀਆਂ, ਉਹ ਬੰਦੇ ਵੀ ਜਿਹੜੇ ਆ ਸਾਰੇ ਕਾਬੂ ਕਰਨ ਦਾ ਯਤਨ ਕੀਤਾ ਜਾਵੇਗਾ ਤੇ ਫਿਰ ਇਹਦੇ ਲਈ ਹਾਲਾਤ ਹੋਣਗੇ ਔਖੇ। ਤੇ ਜੇ ਹੁਣ ਬੀਜੇਪੀ ਗਵਰਨਮੈਂਟ ਬਣਾਉਂਦੀ ਆ ਤੇ ਉਹ ਮਜੀਠੀਆ ਸਾਹਿਬ ਤੇ ਪਹਿਲਾਂ ਹੀ ਕਹੀ ਜਾਂਦੇ ਆ ਕਿ ਬਈ ਅਸੀਂ ਬੀਜੇਪੀ ਨਾਲ ਰਲ ਕੇ ਸਰਕਾਰ ਬਣਾਵਾਂਗੇ ਤੇ ਉਹ ਬੀਜੇਪੀ ਦੀਆਂ ਤਾਰੀਫਾਂ ਵੀ ਕਰਦੇ ਆ, ਜਿਹਦਾ ਮਤਲਬ ਇਹ ਆ ਕਿ ਉਹ ਇਹ ਉਮੀਦ ਕਰਦੇ ਆ ਬਈ ਬੀਜੇਪੀ ਦੀ ਤੇ ਅਕਾਲੀ ਦਲ ਦੀ ਰਲ ਕੇ ਸਰਕਾਰ ਬਣੇ ਤੇ ਇਹਨਾਂ ਨੂੰ ਫਿਰ ਰਾਹਤ ਮਿਲ ਸਕਦੀ ਆ। ਤੇ ਉਹਦਾ ਜਿਹੜਾ ਅਸਰ ਹੈਗਾ ਜੀ ਉਹ ਪੰਜਾਬ ਦੀ ਸਿਆਸਤ ਤੇ ਪੈਣਾ ਹੀ ਪੈਣਾ ਆ। ਜੋ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਜੇ ਆਪ ਦੀ ਸਰਕਾਰ ਆਉਂਦੀ ਆ ਆਮ ਆਦਮੀ ਪਾਰਟੀ ਦੀ ਤਾਂ ਫਿਰ ਰਵੱਈਆ ਹੋਰ ਤਰ੍ਹਾਂ ਦਾ ਹੋਏਗਾ। ਜੇ ਬੀਜੇਪੀ ਦੀ ਤੇ ਅਕਾਲੀ ਦਲ ਦੀ ਮਿਲ ਕੇ ਸਰਕਾਰ ਆਉਂਦੀ ਆ ਤੇ ਫਿਰ ਉਹਦਾ ਜਿਹੜਾ ਉਹ ਅਸਰ ਹੋਰ ਤਰ੍ਹਾਂ ਦਾ ਹੋ ਸਕਦਾ। ਪਰ ਦੂਜੇ ਪਾਸੇ ਹੁਣ ਤੇ ਕਿਆਸ ਰਾਈਆਂ ਸਾਰੇ ਹੀ ਜਰਨਲਿਸਟ ਇਹ ਲਾ ਰਹੇ ਆ ਕਿ ਕੋਈ ਇੱਕ ਧਿਰ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਗਈ। ਸ਼ਾਇਦ ਦੋ ਧਿਰਾਂ ਵੀ ਮਿਲ ਕੇ ਨਾ ਬਣਾ ਸਕਣ। ਹੋ ਸਕਦਾ ਰਲਾ ਗੋਬਲਾ ਇਦਾਂ ਦਾ ਹੋਵੇ ਕਿ ਸਾਰੇ ਵਿਰੋਧੀ ਤੇ ਸਾਰੇ ਇਕੱਠੇ ਹੋ ਜਾਣ। ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਰਕਾਰ ਬਣੇ ਜਿਹਨੂੰ ਤੁਸੀਂ ਕਹਿ ਸਕਦੇ ਹੋ ਜਿੱਦਾਂ ਨੈਸ਼ਨਲ ਸਰਕਾਰ ਨਹੀਂ ਬਣ ਜਾਂਦੀ, ਉਹ ਇੱਕ ਸਟੇਟ ਦੀ ਨੈਸ਼ਨਲ ਸਰਕਾਰ ਬਣ ਜੇ ਜਿਹਦੇ ਵਿੱਚ ਸਾਰੀਆਂ ਹੀ ਧਿਰਾਂ ਸ਼ਾਮਲ ਹੋ ਜਾਣ। ਕੋਈ ਪਤਾ ਨਹੀਂ ਜੀ, ਰਾਜਨੀਤੀ 'ਚ ਕੋਈ ਪਤਾ ਨਹੀਂ ਲੱਗਦਾ। ਕਿਉਂਕਿ ਹੁਣ ਮੁਸ਼ਕਲ ਪਤਾ ਕੀ ਬਣੀ ਆ ਗਿੱਲ ਸਾਹਿਬ, 2-3 ਧਿਰਾਂ ਨੇ ਪੈਸੇ ਵੰਡੇ ਹੈਗੇ ਆ। ਹਾਂਜੀ, ਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਪੈਸਿਆਂ ਨਾਲ ਵੋਟ ਜਿਹੜੀ ਉਹ ਪਈ ਹੈਗੀ ਆ। ਜੇ 3 ਜਣਿਆਂ ਕੋਲ ਪੈਸੇ ਲਏ ਆ, ਔਰ ਇਹ ਵੀ ਕਿਹਾ ਜਾ ਰਿਹਾ ਬਈ ਹੋ ਸਕਦਾ ਵੀ ਪੈਸੇ ਤਿੰਨਾਂ ਕੋਲ ਲੈ ਲਏ ਹੋਣ ਤੇ ਵੋਟ ਕਿਸੇ ਚੌਥੀ ਧਿਰ ਨੂੰ ਪਾਤੀ ਹੋਵੇ। ਕਿਉਂਕਿ ਜੇ ਤਿੰਨਾਂ ਕੋ ਪੈਸੇ ਲਏ ਆ ਤਾਂ ਫਿਰ ਤੇ ਮਨ ਡੋਲਦਾ ਨਾ ਵੀ ਯਾਰ ਉਹਦੇ ਕੋ ਵੀ ਲਏ ਆ, ਉਹਦੇ ਕੋ ਵੀ ਲਏ ਆ, ਉਹਦੇ ਕੋ ਵੀ ਲਏ ਆ। ਤੇ ਫਿਰ ਇਹ ਆ ਵੀ ਚਲੋ ਇਹਨਾਂ ਤਿੰਨਾਂ ਨੂੰ ਛੱਡੋ, ਮਨ ਤੇ ਭਾਰ ਨਾ ਰਹੇਗਾ ਕਿਸੇ ਚੌਥੀ ਧਿਰ ਨੂੰ ਹੀ ਵੋਟ ਪਾ ਦਿਓ। ਪਰ ਸਭ ਇੱਕ ਹੋਰ ਗੱਲ ਬੜੀ ਚਰਚਾ 'ਚ ਆ ਜਿਹੜੀ ਐਰਕੀ ਨਵੇਕਲੀ ਆ, ਉਹ ਇਹ ਆ ਕਿ ਇਲੈਕਸ਼ਨ ਤੋਂ ਅਗਲੇ ਦਿਨ ਪੋਲੀਟੀਕਲ ਚੌਧਰੀ ਜਿਹੜੇ ਹੁੰਦੇ ਪਿੰਡਾਂ 'ਚ ਪੈਸੇ ਵੰਡਣ ਵਾਲੇ, ਉਹ ਬਸਤੀਆਂ 'ਚ ਪਹੁੰਚ ਗਏ ਜਿੱਥੇ ਜਿੱਥੇ ਪੈਸੇ ਵੰਡੇ ਸੀ ਕਿ ਭਾਈ ਤੁਸੀਂ ਵੋਟਾਂ ਸਾਨੂੰ ਪਾਈਆਂ ਨਹੀਂ, ਪੈਸੇ ਵਾਪਸ ਕਰੋ। ਇਹ ਵੀ ਧੱਕੇਸ਼ਾਹੀ ਚੱਲ ਰਹੀ ਜੇ ਕਈ ਜਗ੍ਹਾ ਤੇ। ਹੁਣ ਪਤਾ ਨਹੀਂ ਉਹਨਾਂ ਕੋਲ ਕਿਹੜਾ ਮਾਪ ਹੈਗਾ ਜੰਤਰ ਜਿਹਦੇ ਨਾਲ ਉਹਨਾਂ ਵੇਖ ਲਿਆ ਵੀ ਵੋਟਾਂ ਕਿਹਨੂੰ ਪਾਈਆਂ ਨੇ। ਤੇ ਦੂਜੇ ਪਾਸੇ ਉਹ ਬਸਤੀਆਂ ਵਾਲੇ ਕਹਿ ਰਹੇ ਜੀ ਅਸੀਂ ਤਾਂ ਪੈਸਾ ਲਿਆ ਹੀ ਨਹੀਂ ਕਿਸੇ ਕੋਲੋਂ। ਉਹ ਕਹਿੰਦੇ ਇਸ ਗੱਲ ਲਈ ਵੀ ਡਾਂਗ ਸੁੱਟਾ ਚੱਲ ਰਿਹਾ ਹੁਣ ਪੰਜਾਬ 'ਚ। ਆਹੋ, ਉਹ ਕਹਿੰਦੇ ਹੋਣੇ ਆ ਵੀ ਅਸੀਂ ਤਾਂ ਕਿਸੇ ਕੋਲ ਲਿਆ ਹੀ ਨਹੀਂ ਤਾਂ ਵਾਪਸ ਕਿੱਥੋਂ ਕਰੀਏ। ਹਾਂਜੀ, ਉਹ ਹੋ ਸਕਦਾ ਉਹਨਾਂ ਕੋਲ ਚੱਲ ਗਏ ਹੋਣ ਜਿਨ੍ਹਾਂ ਨੂੰ ਪੈਸੇ ਮਿਲੇ ਹੀ ਨਾ ਹੋਣ, ਜਾਂ ਕਿਸੇ ਨੇ ਚੌਧਰੀ ਨੇ ਆਪਣੇ ਕੋਲ ਹੀ ਰੱਖ ਲਏ ਹੋਣ, ਦਿੱਤੇ ਹੀ ਨਾ ਹੋਣ। ਇਦਾਂ ਵੀ ਹੁੰਦਾ ਕਈ ਵਾਰੀ। ਹੁੰਦਾ ਕਈ ਵਾਰੀ ਨਹੀਂ, ਅਕਸਰ ਹੁੰਦਾ ਸਰ। ਜਿਹੜਾ ਪੈਸਾ ਉੱਪਰੋਂ ਇਹ ਪਾਰਟੀਆਂ ਦੇ ਕੈਂਡੀਡੇਟ ਦਿੰਦੇ ਆ, ਜਿੱਦਾਂ ਸਰਕਾਰੀ ਗ੍ਰਾਂਟਾਂ ਨਹੀਂ ਜਾਂਦੀਆਂ, 25-30 ਪੈਸੇ ਰਹਿ ਜਾਂਦੀਆਂ ਨੇ ਵਿੱਚ, ਜਿਹੜਾ ਕਈ ਅਫਸਰਸ਼ਾਹੀ ਦਾ ਢਿੱਡ ਭਰਦੀਆਂ ਨੇ, ਪੋਲੀਟੀਕਲ ਲੋਕਾਂ ਦਾ ਭਰਦੀਆਂ ਨੇ, ਬਿਲਕੁਲ ਉਹੋ ਕੁਝ ਹੀ ਆ ਜੀ। ਸੋ ਇਸ ਕਰਕੇ ਜੀ ਬੜੇ ਰੰਗ ਨਿਆਰੇ ਨੇ। ਬੇਅੰਤ ਸਿੰਘ ਵੇਲੇ ਇੱਕ ਵਾਰੀ ਇੱਕ ਪੰਚਾਇਤ ਮੰਤਰੀ ਬਣ ਗਏ ਸੀ ਅਨਨੋਨ ਜੇ ਵਿਅਕਤੀ, ਮੈਨੂੰ ਤਾਂ ਹੁਣ ਨਾਮ ਹੀ ਯਾਦ ਨਹੀਂ, ਸ਼ਾਇਦ ਭੁਪਿੰਦਰ ਕੁਝ ਇਸ ਤਰ੍ਹਾਂ ਦਾ ਨਾਂ ਸੀ ਉਹਨਾਂ ਦਾ ਤੇ ਓਪਨ ਹੀ ਸੀਗਾ ਕਿ ਮੈਨੂੰ 30% ਚਾਹੀਦਾ ਤੇ ਗ੍ਰਾਂਟ ਲੈ ਲਓ ਜਿਹੜੇ ਪਿੰਡ ਨੇ ਲੈਣੀ ਆ, ਤੇ ਸਿੱਧਾ ਹੀ 30% ਪਹਿਲਾਂ ਹੀ ਲੈ ਲੈਂਦੇ ਸੀ ਓਪਨਲੀ ਉਹ ਕਹਿ ਕੇ। ਉਹਨਾਂ ਦਾ ਨਾਮ ਬ੍ਰਿਜ ਭੁਪਿੰਦਰ ਸਿੰਘ ਲਾਲੀ, ਇਦਾਂ ਦਾ ਕੋਈ ਨਾਂ ਸੀਗਾ ਜੀ ਉਹਨਾਂ ਦਾ। ਹਾਂਜੀ ਹਾਂਜੀ, ਉਹ KPS ਗਿੱਲ ਦੇ ਰਿਸ਼ਤੇਦਾਰ ਸੀਗੇ। ਪਰ ਬਾਅਦ 'ਚ ਨਹੀਂ ਕਦੀ ਰੜਕੇ ਹੋ ਜੀ। ਬਾਅਦ 'ਚ ਉਹਨਾਂ ਨੇ ਕਿੱਥੋਂ ਰੜਕਣਾ ਹੈ ਜਿਹੜੇ 30% ਲੈਂਦੇ ਸੀਗੇ।
ਜਿੱਦਾਂ ਜਰਦਾਰੀ ਮਿਸਟਰ 10% ਮਸ਼ਹੂਰ ਹੋਇਆ ਸੀ ਨਾ ਪਾਕਿਸਤਾਨ 'ਚ, ਤੇ ਉਹ 30% ਹੋ ਗਏ ਸੀ ਉਹਨਾਂ ਸਮਿਆਂ 'ਚ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਨਿਮਾਣਾ ਵੱਲ ਜਾਣ ਵਾਲੀ ਗੱਲ ਹੈਗੀ ਆ ਜੀ। ਕਿ ਅੱਛਾ ਪ੍ਰੋਫੈਸਰ ਸਾਹਿਬ, ਉਹ ਤਾਂ ਸਿਆਸਤ ਸਾਡੀ ਚਲੋ ਇੰਨੀ ਕੁ ਗੰਦਲੀ ਆ ਕਿ ਜਿੰਨੀ ਮਰਜ਼ੀ ਉੱਤੇ ਗੱਲ ਕਰੀ ਜਾਈਏ। ਅੱਜ ਉਹਨਾਂ ਦੀ ਪੱਕੀ ਜ਼ਮਾਨਤ ਦੀ ਸੁਣਵਾਈ ਵੀ ਹੋਣੀ ਆ ਉਸੇ ਮੋਹਾਲੀ ਅਦਾਲਤ ਦੇ ਵਿੱਚ, ਬਿਕਰਮ ਮਜੀਠੀਆ ਦੀ ਆਪਾਂ ਗੱਲ ਕਰ ਰਹੇ ਸੀਗੇ। ਤੇ ਦੂਜੇ ਪਾਸੇ ਸਿੱਟ ਦੀ ਖਬਰ ਇਹ ਵੀ ਆ ਕਿ ਸਿੱਟ ਨੇ ਉਹਨਾਂ ਕੋਲੋਂ ਕੱਲ ਸਰੈਂਡਰ ਕਰਨ ਤੋਂ ਬਾਅਦ 1.5 ਘੰਟਾ ਬਿਠਾ ਕੇ ਪੁੱਛਗਿੱਛ ਕੀਤੀ, ਤੇ ਉਹਨਾਂ ਨੂੰ ਪਹਿਲੋਂ ਸੰਗਰੂਰ ਜੇਲ੍ਹ 'ਚ ਖੜਿਆ ਗਿਆ, ਫਿਰ ਪਤਾ ਨਹੀਂ ਕੀ ਕਾਰਨ ਬਣਿਆ ਉੱਥੋਂ ਸ਼ਿਫਟ ਕਰਕੇ ਪਟਿਆਲੇ ਲਿਆਂਦਾ ਗਿਆ। ਤੇ ਅਕਾਲੀ ਵਰਕਰ ਇਹੋ ਕਹਿ ਰਿਹਾ ਕਿ ਸਾਨੂੰ ਹਰਾਸ ਕੀਤਾ ਜਾ ਰਿਹਾ ਆ, ਪੋਲੀਟੀਕਲ ਬਦਲੇਬਾਜ਼ੀ ਦੇ ਤਹਿਤ ਸਭ ਹੋ ਰਿਹਾ ਆ। ਤੇ ਵੇਖੋ ਜੀ, ਜੇ ਮੋਹਾਲੀ ਫੜਿਆ ਸੀ ਤੇ ਉੱਥੇ ਵੀ ਜੇਲ੍ਹ ਹੈਗੀ ਹੈ ਨਾ ਬੜੈਲ, ਤੇ ਨਾਲੇ ਇਹਨਾਂ ਨੂੰ ਸੌਖਾ ਰਹਿੰਦਾ ਗੱਲਬਾਤ ਅੱਗੇ ਕੁਐਸਚਨ ਆਨਸਰ ਕਰਨ ਲਈ। ਕਦੀ ਸੰਗਰੂਰ ਲੈ ਜਾਂਦੇ, ਕਦੀ ਪਟਿਆਲੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਆ ਜੀ ਕਿ ਇਹ ਕੀ ਕਰਦੇ ਰਹੇ ਆ ਜਦੋਂ ਇਹਨਾਂ ਦਾ ਰਾਜ ਸੀਗਾ, ਇਹ ਵੀ ਇਦਾਂ ਦੇ ਕੰਮ ਕਰਦੇ ਰਹੇ ਹੈਗੇ ਆ। ਔਰ ਉਹ ਜਿਹੜਾ ਬਿਕਰਮ ਸਿੰਘ ਮਜੀਠੀਆ ਆ, ਉਹ ਇਸ ਵੇਲੇ ਮੰਤਰੀ ਨਹੀਂਗਾ, ਉਹ ਦੋਸ਼ੀ ਆ। ਔਰ ਦੋਸ਼ ਵੀ ਉਹਦੇ ਉੱਤੇ ਜਿਹੜੇ ਆ, ਉਹ ਜਿਹੜੀ ਇਹ ਡਰੱਗ ਹੈਗੀ ਆ ਉਹਦੀ ਵਪਾਰ ਕਰਨ ਦੇ ਲੱਗਦੇ ਹੈਗੇ ਆ। ਸੋ ਇਸ ਕਰਕੇ ਜਿਹੜੇ ਉਹਨਾਂ ਦੇ ਵਰਕਰ ਨੇ, ਜਿਹੜੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਹਰਾਸ ਕੀਤਾ ਜਾ ਰਿਹਾ, ਜਦੋਂ ਇਹਨਾਂ ਦੀ ਗਵਰਨਮੈਂਟ ਆ, ਉਹਨਾਂ ਨੇ ਕੀ ਕਿਸੇ ਨੂੰ ਹਟੇ ਪੁੱਛੋ ਵੀ ਕਿੰਨਿਆਂ ਲੋਕਾਂ ਦੇ ਉੱਤੇ ਕੇਸ ਦਰਜ ਹੋਏ ਹੈਗੇ ਆ ਔਰ ਕਿੰਨੀਆਂ ਜ਼ਿਆਦਤੀਆਂ ਉਹਨਾਂ ਨਾਲ ਹੋਈਆਂ। ਇੱਕ ਅੰਮ੍ਰਿਤਸਰ ਦਾ ਮਨਜੀਤ ਸਿੰਘ ਮੰਨਾ ਆ, ਉਹਨੂੰ ਜੇ ਕਦੀ ਤੁਸੀਂ ਸੁਣਿਆ ਹੋਵੇ, ਬਹੁਤ ਵਾਰੀ ਸੁਣਦੇ ਆ ਜੀ। ਹਾਂਜੀ, ਉਹ ਕਾਫੀ ਇਹਨਾਂ ਦੇ ਜਿਹੜੇ ਕੱਚੇ ਚਿੱਠੇ ਆ ਉਹ ਦੱਸਦਾ ਰਹਿੰਦਾ ਆ। ਤੇ ਇਸ ਤਰੀਕੇ ਨਾਲ ਹੁਣ ਵਰਕਰ ਜਿਹੜੇ ਆ, ਉਹਨਾਂ ਨੇ ਤੇ ਚਮਚਾਗਿਰੀ ਕਰਨੀ ਆ ਜੀ, ਸਾਡੇ ਲੀਡਰ ਨੂੰ ਹਰਾਸ ਕਰਦੇ ਆ। ਤੁਹਾਡਾ ਲੀਡਰ ਚਿੱਟੇ ਦੇ ਦੋਸ਼ ਦੇ ਵਿੱਚ ਅੰਦਰ ਗਿਆ ਹੈਗਾ, ਡਰੱਗ ਦੇ ਦੋਸ਼ ਦੇ ਵਿੱਚ ਅੰਦਰ ਗਿਆ ਆ। ਉਹ ਕੋਈ ਮੰਤਰੀ ਨਹੀਂਗਾ ਇਸ ਵੇਲੇ ਕਿ ਉਹਨੂੰ ਉਹ ਤੁਹਾਡੀ ਮਰਜ਼ੀ, ਮੁਜਰਮ ਨੂੰ ਜਿੱਥੇ ਮਰਜ਼ੀ ਪੁਲਿਸ ਜਿਹੜੀ ਆ ਉਹ ਲਿਜਾ ਸਕਦੀ ਆ। ਕੋਈ ਮੁਜਰਮ ਦੀ ਮਰਜ਼ੀ ਦੇ ਮੁਤਾਬਕ ਨਹੀਂ, ਉਹਦੀ ਜੇਲ੍ਹ ਦੀ ਜਾਂ ਕਿਸੇ ਖਾਸ ਜੇਲ੍ਹ ਦੀ ਚੋਣ ਉਹਦੇ ਮਰਜ਼ੀ ਦੇ ਮੁਤਾਬਕ ਨਹੀਂ ਕੀਤੀ ਜਾ ਸਕਦੀ। ਯੂਕਰੇਨ ਦੇ ਵਿੱਚ ਜਿਹੜਾ ਯੁੱਧ ਆ ਜੀ, ਭਾਰਤ, ਮੈਂ ਯੂਕਰੇਨ ਦੀ ਯੁੱਧ ਦੀ ਨਹੀਂ ਗੱਲ ਕਰਨੀ, ਉੱਤੇ ਆਪਾਂ ਪੂਰੀ ਸੈਗਮੈਂਟ ਕਰ ਲਈ ਆ। ਭਾਰਤ ਦੇ ਕਾਫੀ ਸਾਰੇ ਵਿਦਿਆਰਥੀ ਉੱਥੇ ਫਸੇ ਹੋਏ ਆ, ਤੇ ਕਿਹਾ ਜਾ ਰਿਹਾ ਸੀ ਕਿ 에ਅਰ ਇੰਡੀਆ ਨੇ ਪਹਿਲੀ ਉਡਾਨ ਆਪਣੀ ਭੇਜੀ ਸੀਗੀ ਉੱਥੋਂ ਦੀ ਅੰਬੈਸੀ ਦੇ ਕਹਿਣ ਦੇ ਉੱਤੇ, ਤੇ ਉਹਨੂੰ ਰਾਹ 'ਚੋਂ ਮੁੜਨਾ ਪੈ ਗਿਆ, ਇਨ ਬਿਟਵੀਨ ਹਮਲਾ ਹੋ ਗਿਆ। ਤੇ ਉਹਦਾ ਅਸਰ ਸਿੱਧੇ ਤੌਰ ਤੇ ਇੰਡੀਆ ਤੇ ਵੀ ਪਏਗਾ। ਕੁਝ ਸਾਡੇ ਲੋਕ ਤੇ ਹਰ ਜਗ੍ਹਾ ਬੈਠੇ ਨੇ, ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਆ ਜਿੱਥੇ ਜਾਂ ਵਿਦਿਆਰਥੀ ਦੇ ਰੂਪ ਵਿੱਚ ਜਾਂ ਇਮੀਗ੍ਰੈਂਟ ਦੇ ਰੂਪ 'ਚ ਲੋਕ ਨਾ ਬੈਠੇ ਹੋਣ। ਘਟਨਾ ਕਿਸੇ ਕੋਨੇ 'ਚ ਹੋਵੇ ਤੇ ਸਾਡੇ ਕੋਲ ਉਹਨਾਂ ਦੀਆਂ ਖਬਰਾਂ ਚੰਗੀਆਂ ਮੁਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਪੰਜਾਬੀ, ਖਾਸ ਕਰਕੇ ਪੰਜਾਬੀ ਭਾਈਚਾਰਾ ਦੁਨੀਆ ਦੇ ਹਰ ਉਸ ਸਿਟੀ 'ਚ ਜਿਹਦਾ ਆਪਾਂ ਕਦੀ ਨਾਮ ਨਹੀਂ ਸੁਣਿਆ ਹੁੰਦਾ ਜੀ। ਇਹ ਦੇਖੋ ਜੀ, ਬੜੀ ਫਿਕਰ ਵਾਲੀ ਗੱਲ ਹੈਗੀ ਆ ਕਿ ਉੱਥੋਂ ਹੁਣ ਕਿਉਂਕਿ ਜਿਹੜਾ ਕੀਵ ਹਵਾਈ ਅੱਡਾ ਆ ਉਹ ਤਾਂ ਬੰਦ ਹੋ ਗਿਆ, ਉਹਨਾਂ ਦਾ ਮਤਲਬ ਸਿਸਟਮ ਜਿਹੜਾ ਉਹ ਨਹੀਂ ਚੱਲ ਰਿਹਾ ਹੈਗਾ। ਤੇ ਜਿਹੜੇ ਵਿਦਿਆਰਥੀ ਉੱਥੇ ਜਾਂ ਸਾਡੇ ਬਸ਼ਿੰਦੇ ਉੱਥੇ ਗਏ ਨੇ, ਉਹ ਥੋੜੀ ਵੀ ਗਿਣਤੀ ਨਹੀਂ ਹੈ ਜੀ। 18,000 ਦੇ ਕਰੀਬ ਜਿਹੜੇ ਵਿਦਿਆਰਥੀ ਤੇ ਭਾਰਤੀ ਨਾਗਰਿਕ ਉੱਥੇ ਰਹਿੰਦੇ ਆ। ਔਰ ਇਸ ਵੇਲੇ ਬਿਲਕੁਲ ਫਿਕਰਮੰਦੀ ਵਾਲੀ ਗੱਲ ਹੈਗੀ ਆ ਕਿ ਜਦੋਂ ਉੱਥੇ ਬੰਬਾਰੀ ਹੋ ਰਹੀ ਆ, ਬੰਬ ਡਿੱਗ ਰਹੇ ਨੇ, ਮਿਜ਼ਾਈਲਾਂ ਡਿੱਗ ਰਹੀਆਂ ਨੇ, ਤੇ ਇਹ ਵਾਕਿਆ ਹੀ ਫਿਕਰ ਵਾਲੀ ਗੱਲ ਹੈਗੀ ਆ ਜੀ ਕਿ ਉਹਨਾਂ ਲਈ ਪ੍ਰਬੰਧ ਕਿਵੇਂ ਕੀਤਾ ਜਾਵੇ, ਕੀ ਕੀਤਾ ਜਾਵੇ। ਇਹ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਪੂਤਨ ਸਾਹਿਬ ਨਾਲ ਮੇਰਾ ਖਿਆਲ ਕੋਈ ਗੱਲਬਾਤ ਕੀਤੀ ਆ, ਸ਼ਾਇਦ ਉਹਦੇ ਵਿੱਚ ਇਹ ਵੀ ਜ਼ਰੂਰ ਮਸਲਾ ਉਠਾਇਆ ਗਿਆ ਹੋਵੇਗਾ ਕਿ ਭਾਰਤੀ ਨਾਗਰਿਕਾਂ ਤੇ ਭਾਰਤੀ ਵਿਦਿਆਰਥੀਆਂ ਨੂੰ ਕਿਵੇਂ ਉੱਥੋਂ ਉਹਨਾਂ ਦੀ ਹਿਫਾਜ਼ਤ ਉੱਥੇ ਕਿਵੇਂ ਕੀਤੀ ਜਾਵੇ। ਹੁਣ ਉੱਥੋਂ ਕੱਢਣ ਵਾਲਾ ਮਸਲਾ ਤੇ ਜਿਹੜਾ ਉਹ ਪਿੱਛੇ ਰਹਿ ਗਿਆ, ਕਿਉਂਕਿ ਜਦੋਂ ਹਵਾਈ ਉਡਾਣਾਂ ਹੀ ਬੰਦ ਹੋ ਗਈਆਂ ਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਕਿਵੇਂ ਰੱਖਿਆ ਜਾਵੇ, ਉਹਨਾਂ ਦੀ ਜਾਨ ਦੀ ਰਾਖੀ ਕਿਵੇਂ ਕੀਤੀ ਜਾਵੇ, ਇਹ ਸੋਚਣ ਵਾਲੀ ਗੱਲ ਆ। ਔਰ ਇਹ ਹੈ ਬਹੁਤ ਫਿਕਰਮੰਦੀ ਵਾਲੀ ਗੱਲ ਆ ਜੀ। ਔਰ ਇਹ ਜਿਹੜੇ ਬਹੁਤੇ ਸਾਡੇ ਵਿਦਿਆਰਥੀ ਉੱਥੇ ਗਏ ਨੇ, ਉਹ ਡਾਕਟਰੀ ਦੀ ਪੜ੍ਹਾਈ ਕਰਨ ਜਾਂਦੇ ਹੈਗੇ ਆ, ਤੇ ਉੱਥੇ ਸਾਡੀ ਇੱਕ ਕੀਮਤੀ ਸਰਮਾਇਆ ਜਿਹੜਾ ਸਾਡੇ ਦੇਸ਼ ਦਾ, ਉਹ ਉੱਥੇ ਨੌਜਵਾਨ ਬੈਠੇ ਆ। ਇਹ ਸਾਡੇ ਲਈ ਵੀ ਫਿਕਰਮੰਦੀ ਵਾਲੀ ਗੱਲ ਹੈ। ਔਰ ਅਸੀਂ ਇਹ ਦੁਆ ਕਰਦੇ ਹਾਂ ਕਿ ਉਹ ਸੇਫ ਰਹਿਣ, ਉੱਥੇ ਸੁਰੱਖਿਅਤ ਰਹਿਣ।
ਬਿਲਕੁਲ ਜੀ। ਅੱਛਾ, ਕਾਲੋ ਸਾਹਿਬ, ਇੱਕ ਦੋ ਗੱਲਾਂ ਆਪਾਂ ਹੋਰ ਕਰ ਲਈਏ। ਇੱਕ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਆ ਕਿ ਜਿਹੜਾ ਅਕਾਲੀ ਦਲ ਦੇ ਉੱਤੇ ਇੱਕ ਬਜ਼ੁਰਗ ਸਮਾਜਵਾਦੀ ਨੇਤਾ ਨੇ ਬੜੇ ਲੰਬੇ ਸਮੇਂ ਤੋਂ ਇੱਕ ਕੇਸ ਜਿਹੜਾ ਉਹ ਸਟਰਗਲ ਕਰ ਰਹੇ ਆ, ਜਿਨ੍ਹਾਂ ਨੇ ਮਾਲਤਾ ਬੇੜੀ ਵਾਲੀ ਘਟਨਾ ਦੇ ਉੱਤੇ ਵੀ ਲੰਬੀ ਲੜਾਈ ਲੜੀ ਸੀਗੀ, ਉਹਨਾਂ ਦਾ ਨਾਮ ਮੈਨੂੰ ਵਿਸਰ ਗਿਆ। ਬੜੇ ਉਹਨਾਂ ਦਾ ਨਾਮ ਬਲਵੰਤ ਸਿੰਘ ਖੇੜਾ। ਬਲਵੰਤ ਸਿੰਘ ਖੇੜਾ ਬਹੁਤ ਬਜ਼ੁਰਗ ਨੇ, ਤੇ ਉਹਨਾਂ ਦੀ ਬੜੀ ਲੰਬੀ ਸਿਰੜ ਵਾਲੀ ਲੜਾਈ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਕਦੀ ਸੁਖਬੀਰ ਬਾਦਲ ਨੂੰ ਜਾਣਾ ਪੈਂਦਾ ਅਦਾਲਤ 'ਚ, ਹੁਣ ਇਸ ਉਮਰੇ ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ 'ਚ ਪੇਸ਼ ਹੋਣਾ ਪੈ ਗਿਆ ਜੀ। ਦੂਰਾ ਜਿਹੜਾ ਸੰਵਿਧਾਨ ਪੰਥ ਲਈ ਹੋਰ ਤੇ ਲੜਾਈ ਦੂਜੀ ਪੋਲੀਟੀਕਲ ਲੜਾਈ ਲਈ ਹੋਰ, ਇੱਕ ਪਾਰਟੀ ਦੇ ਦੋ ਸੰਵਿਧਾਨ। ਇਹ ਜੀ ਅਸੀਂ ਵਿਸ਼ ਕਰਦੇ ਹਾਂ ਕਿ ਖੇੜਾ ਸਾਹਿਬ ਦੀ ਉਮਰ ਲੰਮੀ ਹੋਵੇ, ਕਿਉਂਕਿ ਕਾਫੀ ਉਹ ਉਮਰ ਦਰਾਜ਼ ਨੇ ਔਰ ਬੜੇ ਸਿਰੜੀ ਬੰਦੇ ਨੇ। ਉਹ ਸਮਾਜਵਾਦੀ ਵਿਚਾਰਾਂ ਦੇ ਨੇ। ਉਹਨਾਂ ਨੇ ਮਾਲਟਾ ਕਾਂਡ ਦੇ ਵਿੱਚ ਬਹੁਤ ਉਹਨਾਂ ਪਰਿਵਾਰਾਂ ਦੀ ਜਿਹੜੀ ਆ ਉਹ ਮਦਦ ਕੀਤੀ ਸੀਗੀ। ਉਸ ਕੇਸ ਦੀ ਉਹਨਾਂ ਨੇ ਪੈਰਵਾਈ ਕੀਤੀ ਔਰ ਉਸ ਕੇਸ ਦੇ ਵਿੱਚ ਉਹ ਬੜੇ ਮਸ਼ਹੂਰ ਹੋਏ, ਤੇ ਖਾਸ ਕਰਕੇ ਜਿਹੜੇ ਉਸ ਵੇਲੇ ਪੀੜਤ ਲੋਕ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੀ ਬੜੀ ਇੱਜ਼ਤ ਬਣੀ ਆ। ਇਨਸਾਫ ਪਸੰਦ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਬਹੁਤ ਇੱਜ਼ਤ ਬਣੀ ਆ। ਔਰ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਉਹ ਕੇਸ ਲੜ ਰਹੇ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਬਈ ਦੋ ਸੰਵਿਧਾਨ ਜਿਹੜੇ ਆ ਉਹ ਕਿਵੇਂ ਚੱਲ ਸਕਦੇ ਆ। ਜਦੋਂ ਤਾਂ ਉਹਨਾਂ ਨੇ SGPC ਵਗੈਰਾ ਦੀਆਂ ਚੋਣਾਂ ਲੜਨੀਆਂ ਹੁੰਦੀਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਦੋਂ ਤਾਂ ਉਹ ਸੰਵਿਧਾਨ ਪੇਸ਼ ਕਰ ਦਿੰਦੇ ਆ ਜੀ ਅਸੀਂ ਇੱਕ ਰਿਲੀਜੀਅਸ ਪਾਰਟੀ ਆ, ਅਸੀਂ ਧਾਰਮਿਕ ਪਾਰਟੀ ਆ। ਤੇ ਜਦੋਂ ਚੋਣ ਲੜਨੀ ਹੁੰਦੀ ਆ ਪਾਰਲੀਮੈਂਟ ਦੀ ਜਾਂ ਅਸੈਂਬਲੀ ਦੀ ਜਾਂ ਹੋਰ ਚੋਣਾਂ ਲੜਨੀਆਂ ਹੁੰਦੀਆਂ, ਤਾਂ ਉਦੋਂ ਉਹ ਸੰਵਿਧਾਨ ਪੇਸ਼ ਕਰਦੇ ਆ ਜਿਹੜਾ ਕਿ ਅਸੀਂ ਇੱਕ ਸੈਕੂਲਰ ਪਾਰਟੀ ਆ, ਯਾਨੀ ਕਿ ਅਸੀਂ ਧਾਰਮਿਕ ਪਾਰਟੀ ਨਹੀਂ ਹਾਂ। ਤੇ ਇਹ ਕੰਟਰਾਡਿਕਸ਼ਨ ਬਹੁਤ ਵੱਡੀ ਆ। ਮੇਰਾ ਖਿਆਲ ਹੋਰ ਲੋਕਾਂ ਦੇ ਧਿਆਨ ਦੇ ਵਿੱਚ ਵੀ ਇਹ ਆਉਂਦੀ ਹੋਊਗੀ, ਪਰੰਤੂ ਜਿਹੜਾ ਕੰਮ ਸਰਦਾਰ ਬਲਵੰਤ ਸਿੰਘ ਖੇੜਾ ਉਹਨਾਂ ਨੇ ਕੀਤਾ ਆ ਉਹ ਮੇਰਾ ਖਿਆਲ ਇੱਕ ਇਤਿਹਾਸਕ ਮੀਲ ਪੱਥਰ ਹੋਏਗਾ। ਇਸ ਕੇਸ ਦੇ ਵਿੱਚ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਜ਼ਮਾਨਤ ਪਹਿਲਾਂ ਹੋਈ ਆ, ਤੇ ਪ੍ਰਕਾਸ਼ ਸਿੰਘ ਬਾਦਲ ਆਨੀ ਬਹਾਨੀ ਉੱਥੇ ਜਾਂਦੇ ਨਹੀਂ ਸੀਗੇ। ਸੋ ਹੁਣ ਇਹ ਵੀ ਪੇਸ਼ ਹੋਏ ਆ ਜੀ। ਤੇ ਗਿੱਲ ਸਾਹਿਬ ਇਹ ਬੜਾ ਇਤਿਹਾਸਕ ਕੇਸ ਆ ਔਰ ਬੜਾ ਇਹਦਾ ਇਤਿਹਾਸਕ ਫੈਸਲਾ ਹੋਏਗਾ। ਤੇ ਇਹ ਵੀ ਤਵੱਕੋ ਕੀਤੀ ਜਾਂਦੀ ਆ ਭਈ ਇਹ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਵੀ ਰੱਦ ਹੋ ਸਕਦੀ ਆ ਕਿ ਇਹਨਾਂ ਨੇ ਮਿਸ ਇਨਫੋਰਮੇਸ਼ਨ ਜਿਹੜੀ ਆ, ਗਲਤ ਜਿਹੜੀ ਜਾਣਕਾਰੀ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਦਿੱਤੀ ਆ। ਸੋ ਇਹ ਬੜਾ ਮਹੱਤਵਪੂਰਨ ਕੇਸ ਹੈ ਗਿੱਲ ਸਾਹਿਬ। ਔਰ ਜਿੱਥੇ ਇਹਨਾਂ ਨੂੰ ਫਿਕਰਮੰਦੀ ਪਾਈ ਆ, ਚਿੰਤਾ ਪਾਈ ਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ, ਉੱਥੇ ਖੇੜਾ ਸਾਹਿਬ ਇਸ ਗੱਲ ਨੂੰ ਚਿੰਤਤ ਨੇ ਬਈ ਇਹ ਫੈਸਲਾ ਲਮਕਦਾ ਜਾਂਦਾ ਆ ਬਈ ਇਹ ਮੇਰੇ ਜੀਂਦਿਆਂ ਫੈਸਲਾ ਹੋ ਜਾਵੇ ਤੇ ਚੰਗਾ ਆ, ਕਿਉਂਕਿ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਇਹਦੀ ਪੈਰਵੀ ਇਹਦੀ ਹੋ ਸਕੇ ਜਾਂ ਨਾ ਹੋ ਸਕੇ, ਜਾਂ ਨਾ ਹੋ ਸਕੇ। ਸੋ ਇਹ ਬਹੁਤ ਮਹੱਤਵਪੂਰਨ ਕੇਸ ਹੈ ਜੀ। ਜੀ ਅੱਛਾ, ਆਪਣੇ ਕਾਲੋ ਸਾਹਿਬ ਇੱਕ ਆਖਰੀ ਆਪਾਂ ਗੱਲ ਕਰ ਲਈਏ ਕਿ ਇਲੈਕਸ਼ਨ ਤੇ ਹੁਣ ਵੈਸੇ ਮੁੱਕ ਗਈ ਆਪਣੀ, ਤੇ ਇਲੈਕਸ਼ਨ 'ਚ ਮੁੱਦੇ ਕਈ ਗੌਣ ਰਹੇ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਸੀਗੇ, ਵੱਡੇ ਮੁੱਦੇ ਜਿਹੜੇ ਉਹ ਟੱਚ ਵੀ ਨਹੀਂ ਸ਼ਾਇਦ ਕੀਤੇ ਗਏ। ਬੇਅਦਬੀਆਂ ਵਾਲਾ ਜਾਂ ਜੋ ਸਾਰਾ ਕੁਝ ਰੌਲੇ ਗੋਲੇ 'ਚ ਘੁਲ ਮਿਲ ਗਿਆ, ਤੇ ਕੁਝ ਹੋਰ ਹੀ ਮੁੱਦੇ ਆ ਗਏ, 1000 ਰੁਪਈਆ ਔਰਤਾਂ ਨੂੰ ਦੇਵਾਂਗੇ ਜੀ, ਆਹ ਕਰਾਂਗੇ ਉਹ ਕਰਾਂਗੇ, ਇੱਦਾਂ ਦੇ ਮੁੱਦੇ ਆ ਗਏ। ਤੇ ਉਹ ਜਿਹੜੇ ਅਸਲੀ ਮੁੱਦੇ ਸੀ ਉਹ ਕਿਤੇ ਪਿੱਛੇ ਰਹਿ ਗਏ। ਉਹਨਾਂ ਮੁੱਦਿਆਂ 'ਚੋਂ ਕਦੀ ਇੱਕ ਮੁੱਦਾ ਸਾਡਾ ਹੁੰਦਾ ਸੀ ਅਵਾਰਾ ਪਸ਼ੂਆਂ ਦਾ, ਜਿਹੜਾ ਅੱਜਕੱਲ੍ਹ ਯੂਪੀ 'ਚ ਬੜਾ ਜ਼ੋਰ ਨਾਲ ਉਠਾਇਆ ਜਾ ਰਿਹਾ। ਪੰਜਾਬ 'ਚੋਂ ਮੁੱਦਾ ਕਿਸੇ ਨੇ ਬਿਲਕੁਲ ਨਹੀਂ ਉਠਾਇਆ। ਪੰਜਾਬ ਦੇ ਜ਼ਹਿਰੀਲੇ ਪਾਣੀਆਂ ਦਾ ਮੁੱਦਾ ਨਹੀਂ ਉਠਾਇਆ, ਪੰਜਾਬ ਦੀਆਂ ਜ਼ਹਿਰੀਲੀਆਂ ਹਵਾਵਾਂ ਦਾ ਨਹੀਂ ਉਠਾਇਆ। ਹਾਂ, ਜਦੋਂ ਸਿਆਲ 'ਚ ਕੁਝ ਦਿਨ ਆਉਂਦੇ ਆ ਪੰਜਾਬ ਸਿਰ ਇਲਜ਼ਾਮ ਜ਼ਰੂਰ ਲੱਗ ਜਾਂਦੇ ਆ ਕਿ ਸਾਰਾ ਧੂੰਆਂ ਸਾਡੇ ਵੱਲ ਘੱਲਤਾ। ਇਹੋ ਹੀ ਦਿੱਲੀ ਵਾਲੇ ਕੇਜਰੀਵਾਲ ਰੀ ਜਿਹੜੇ ਹੁਣ ਪੰਜਾਬ ਦੇ ਲੋਕਾਂ ਕੋਲ ਆ ਕੇ ਵੋਟ ਮੰਗ ਰਹੇ ਆ, ਉਹ ਪੰਜਾਬੀਆਂ ਨੂੰ ਦੋਸ਼ੀ ਗਰਦਾਨਦੇ ਆ ਕਿ ਦਿੱਲੀ ਵਾਲ ਸਾਰਾ ਜਿਹੜਾ ਕੂੜਾ ਕਰਕਟ ਜਿਹੜਾ ਮਿੱਟੀ ਘੱਟਾ ਤੁਹਾਡਾ ਹੀ ਆਉਂਦਾ, ਹੋਰ ਤਾਂ ਕਿਤੇ ਆਉਂਦਾ ਹੀ ਨਹੀਂ। ਹਰਿਆਣੇ ਦੇ ਤੇ ਪਤਾ ਨਹੀਂ ਵਿੱਚੋਂ ਲੰਘ ਜਾਂਦਾ ਕਿਤੇ, ਉਹ ਪੰਜਾਬ 'ਚੋਂ ਸਿੱਧਾ ਦਿੱਲੀ ਪਹੁੰਚ ਜਾਂਦਾ ਆ। ਤੇ ਹੁਣ ਇੱਕ ਮੁੱਦਾ ਹੋਰ ਪਿਛਲੀਆਂ ਇਲੈਕਸ਼ਨਾਂ 'ਚ ਬੜਾ ਆਉਂਦਾ ਹੁੰਦਾ ਸੀਗਾ ਕਿ EVM ਮਸ਼ੀਨਾਂ ਨਾਲ ਛੇੜਛਾੜ, ਉਹ ਵੀ ਮੁੱਦਾ ਐਰਕੀ ਨਹੀਂ ਗਰਮਾਇਆ ਕਿਤੇ। ਤੇ ਕਿਤੇ ਮਾੜਾ ਮੋਟਾ ਰਾਘਵ ਚੱਡਾ ਨੇ ਹੁਣ ਚਿੱਠੀ ਲਿਖੀ ਆ ਇਲੈਕਸ਼ਨ ਕਮਿਸ਼ਨ ਨੂੰ, ਜਾਂ ਇੱਕ ਅੱਧੀ ਮਹਿੰਦਰਾ ਕਾਲਜ ਤੋਂ ਖਬਰ ਆਈ ਆ ਕਿ ਉੱਥੇ ਸੇਫ ਨਹੀਂ ਜਗ੍ਹਾ 'ਤੇ ਪਈਆਂ।
ਕੋਈ ਬਹੁਤਾ ਮੁੱਦਾ ਨਾ ਰਾਖੀ ਵਾਲਾ ਮਾਮਲਾ ਜਾਂ ਕੋਈ ਇਦਾਂ ਦਾ ਕੋਈ ਐਰਕੀ ਨਜ਼ਰ ਨਹੀਂ ਆਈਆਂ ਖਬਰਾਂ, ਪਤਾ ਨਹੀਂ ਕੀ ਗੱਲ ਹੈ। ਦੇਖੋ ਜੀ, ਜਿਹੜੀ ਤੇ ਅਵਾਰਾ ਪਸ਼ੂਆਂ ਵਾਲੀ ਗੱਲ ਹੈ ਨਾ ਜੀ, ਉਹ ਤਾਂ ਜਦੋਂ ਮੇਨਕਾ ਗਾਂਧੀ ਕੇਂਦਰ ਦੇ ਵਿੱਚ ਮੰਤਰੀ ਬਣੇ ਸੀਗੇ, ਉਹਨਾਂ ਨੇ ਕਾਨੂੰਨ ਪਾਸ ਕੀਤਾ ਸੀਗਾ। ਪੰਜਾਬ ਦੇ ਵਿੱਚ ਗਿੱਲ ਸਾਹਿਬ ਅਵਾਰਾ ਕੁੱਤਿਆਂ ਦਾ ਬੜਾ ਵੱਡਾ ਮਸਲਾ ਆ। ਹਾਂਜੀ, ਉਹ ਕਈ ਥਾਈਂ ਉਹਨਾਂ ਨੇ ਬੱਚੇ ਹੀ ਚੁੱਕ ਚੁੱਕ ਕੇ ਲੈ ਗਏ, ਔਰ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਮੰਦਭਾਗੀਆਂ ਗੱਲਾਂ ਕਹਿ ਲਓ ਤੁਸੀਂ ਹੋਈਆਂ ਉੱਥੇ। ਤੇ ਜਿਹੜੀ ਤੁਸੀਂ ਗੱਲ ਕਰਦੇ ਆ ਈਵੀਐਮ ਮਸ਼ੀਨਾਂ ਦੀ, ਉਹਦੇ ਵਿੱਚ ਈਵੀਐਮ ਮਸ਼ੀਨਾਂ ਦੀ ਰਾਖੀ ਕਰਨ ਦੀ ਜਿਹੜੀ ਗੱਲ ਹੈਗਾ, ਉਹ ਤਾਂ ਇੱਕ ਦੋ ਥਾਂ ਤੋਂ ਉੱਠੀ ਆ। ਜਿੱਦਾਂ ਬਲਤੇਜ ਪੰਨੂ ਹੋਰਾਂ ਨੇ ਮਹਿੰਦਰਾ ਕਾਲਜ ਪਟਿਆਲੇ ਵਾਲੀ ਮਹਿੰਦਰਾ ਕਾਲਜ ਵਾਲੀ ਕਾਫੀ ਹੋਈ ਹੈ ਜੀ ਰੱਖੀ ਆ, ਤੇ ਉਹਦੇ ਚ ਉਹ ਕਹਿੰਦੇ ਆ ਪਹਿਲਾਂ ਕਿਸੇ ਆਜ਼ਾਦ ਕੈਂਡੀਡੇਟ ਨੇ ਜਾ ਕੇ ਉਹ ਹਾਈਲਾਈਟ ਕੀਤੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹ ਪਹੁੰਚ ਗਏ ਪੱਤਰਕਾਰ ਕੁਝ ਲੋਕ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ। ਤੇ ਉਹਦੇ ਵਿੱਚ ਉਹ ਇਹ ਕਹਿੰਦੇ ਆ ਵੀ ਮਸ਼ੀਨਾਂ ਤੇ ਸਾਡਾ ਭਰੋਸਾ ਹੈਗਾ, ਪਰ ਇਹ ਜਿਹੜਾ ਪ੍ਰਬੰਧ ਆ ਨਾ, ਇਹਦੇ ਤੇ ਸਾਡਾ ਕੋਈ ਭਰੋਸਾ ਨਹੀਂ ਹੈ। ਸੋ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਆ। ਇਹ ਵਾਕਿਆ ਹੀ ਤੁਹਾਡੀ ਗੱਲ ਠੀਕ ਹੈਗੀ ਆ ਕਿ ਇਹ ਮੁੱਦੇ ਜਿਹੜੇ ਹੈਗੇ ਆ, ਕਿਉਂਕਿ ਬਹੁਤ ਵੱਡੇ ਮੁੱਦੇ ਜਿਹੜੇ ਆ ਉਹ ਗੌਣ ਮੁੱਦੇ ਬਣ ਗਏ, ਤੇ ਮੁਕਾਬਲਾ ਇਹ ਸ਼ੁਰੂ ਹੋ ਗਿਆ ਵੀ ਔਰਤਾਂ ਨੂੰ 1000 ਰੁਪਈਆ ਦੇਣਾ ਕਿ 2000 ਦੇਣਾ ਕਿ ਨਾਲ ਸਿਲੰਡਰ ਵੀ ਦੇਣੇ ਆ ਵਗੈਰਾ ਵਗੈਰਾ, ਇਦਾਂ ਦੇ ਮੁੱਦੇ ਜਿਹੜੇ ਆ ਗਏ। ਤੇ ਅਖੀਰਲੇ ਦਿਨਾਂ ਦੇ ਵਿੱਚ ਤਾਂ ਪੈਸੇ ਵੰਡਣ ਦਾ ਹੀ ਜਿਹੜਾ ਮੁੱਦਾ ਹੈਗਾ ਉਹ ਆ ਗਿਆ, ਮਤਲਬ ਹੋਰ ਗੱਲਾਂ ਪਿੱਛੇ ਰਹਿ ਗਈਆਂ। ਸੋ ਇਹ ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਪੋਲੀਟੀਕਲ ਪਾਰਟੀਆਂ ਵਾਲੇ ਆ, ਉਹ ਲੋਕਾਂ ਦੇ ਜਿਹੜੇ ਮੁੱਦੇ ਆ ਜਾਂ ਜਿਹੜੇ ਲੋਕਾਂ ਤੇ ਅਸਰ ਅੰਦਾਜ਼ ਹੁੰਦੇ ਆ, ਕਿ ਉਹਨਾਂ ਨੂੰ ਲੋਕੀ ਭੁੱਲ ਜਾਣ, ਤੇ ਜਿਹੜੇ ਲੋਲੀਪੌਪ ਦਿੰਦੇ ਆ ਜਾਂ ਕੋਈ ਇਦਾਂ ਦੇ ਉਹਨਾਂ ਨੂੰ ਕੋਈ ਨਾਅਰੇ ਜਾਂ ਲਾਰੇ ਜਿਹੜੇ ਲਾਏ ਜਾਂਦੇ ਆ, ਉਹਨਾਂ ਦੇ ਵਿੱਚ ਲੋਕ ਉਲਝ ਜਾਣ ਤੇ ਲੋਕੀ ਭੁੱਲ ਹੀ ਜਾਣ। ਕਿਉਂਕਿ ਜਦੋਂ 11 ਤਰੀਕ ਨੂੰ ਨਤੀਜੇ ਆ ਜਾਣੇ ਆ, ਕਿਸੇ ਦੀ ਸਰਕਾਰ ਬਣ ਜਾਣੀ ਆ, ਤਾਂ ਫਿਰ ਜਿਹੜਾ ਵੋਟਰ ਆ ਉਹ 5 ਸਾਲ ਲਈ ਤਾਂ ਕਿਸੇ ਨੇ ਉਹਨੂੰ ਗਾਲਣਾ ਹੀ ਨਹੀਂ ਆ। ਫਿਰ ਤਾਂ ਉਹਨਾਂ ਨੇ ਜਿਹੜੀਆਂ ਇਨਵੈਸਟਮੈਂਟਾਂ ਕੀਤੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਲਈ, ਉਹਨਾਂ ਦਾ ਵਿਆਜ ਵਸੂਲਣ ਲਈ ਉਹਦਾ ਜਿਹੜਾ ਹਿਸਾਬ ਕਿਤਾਬ ਆ ਉਹ ਕਰਨ ਦੇ ਵਿੱਚ ਲੱਗ ਜਾਣਾ ਆ। ਸੋ ਇਹ ਤੁਹਾਡੀ ਗੱਲ ਠੀਕ ਹੈਗੀ ਆ ਕਿ ਐਤਕਾਂ ਉਮੀਦ ਤਾਂ ਇਹ ਸੀਗੀ ਕਿ ਲੋਕਾਂ ਦੇ ਮੁੱਦੇ ਉਠਾਏ ਜਾਂਦੇ, ਪਰ ਹੋਇਆ ਉਲਟ ਆ ਕਿ ਜਿਹੜੇ ਮਾੜੇ ਮੋਟੇ ਪਹਿਲਾਂ ਉਠਾਏ ਵੀ ਜਾਂਦੇ ਸੀਗੇ ਉਹ ਵੀ ਨਹੀਂ ਉਠਾਏ ਗਏ ਜੀ। ਅੱਛਾ ਭਾਈ ਸਾਹਿਬ, ਇੱਕ ਲਾਸਟ ਵਿੱਚ ਲਾਈਟਰ ਮੂਡ 'ਚ ਗੱਲ ਕਰ ਲਈਏ। ਭਾਰਤ ਦੀ ਸਿਆਸਤ 'ਚ ਹਮੇਸ਼ਾ ਹੀ ਰਿਹਾ ਵਾ ਵੈਸੇ, ਕਦੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਹਰਾਇਆ ਸੀ ਰਾਜ ਨਾਰਾਇਣ ਰੀ, ਉਹ ਬੜੇ ਅਜੀਬੋ ਗਰੀਬ ਸਵਾਲ ਜਵਾਬ ਹੁੰਦੇ ਸੀ ਉਹਨਾਂ ਦੇ। ਮੈਂ ਉਹਨਾਂ ਚਿਰ ਸ਼ੇਵ ਨਹੀਂ ਕਰਨੀ ਜਿੰਨਾ ਚਿਰ ਆਹ ਨਾ ਹੋ ਗਿਆ, ਉਹਨਾਂ ਚਿਰ ਮੈਂ ਸਿਰ ਨਹੀਂ ਮਨਾਉਣਾ। ਤੇ ਉਸ ਤੋਂ ਬਾਅਦ ਇੱਕ ਸਮਾਂ ਆਇਆ ਲਾਲੂ ਪ੍ਰਸ਼ਾਦ ਯਾਦਵ ਹੋਰਾਂ ਦਾ, ਉਹ ਲੋਕਾਂ ਨੂੰ ਬੜਾ ਐਂਟਰਟੇਨਮੈਂਟ ਕਰਦੇ ਸੀਗੇ। ਤੇ ਪੰਜਾਬ ਦੇ ਵਿੱਚ ਭਾਵੇਂ ਉਹ ਗੰਭੀਰ ਸਿਆਸਤਦਾਨ ਹੀ ਮੰਨੇ ਜਾਂਦੇ ਆ, ਨਵਜੋਤ ਸਿੱਧੂ ਹੋਰੀ, ਉਹ ਐਂਟਰਟੇਨ ਬੜਾ ਸੋਹਣਾ ਕਰਦੇ ਸੀ ਨਾਲ ਦੀ ਨਾਲ, ਕਿਉਂਕਿ ਬੜੇ ਉਹਨਾਂ ਦੀ ਬਹੁਤ ਪੱਕੀ ਸ਼ਖਸੀਅਤ ਹੈ ਤੇ ਉਹਨਾਂ ਦਾ ਭਵਿੱਖ ਖਤਰੇ 'ਚ ਲੱਗਦਾ ਆ। ਤੇ ਪੰਜਾਬ ਦੀ ਪੋਲਿਟਿਕਸ 'ਚੋਂ ਐਂਟਰਟੇਨਮੈਂਟ ਵੀ ਲੱਗਦੀ ਥੋੜ੍ਹੀ ਥੋੜ੍ਹੀ ਖਤਮ ਹੋ ਜੂਗੀ ਜੇ ਉਹਨਾਂ ਦਾ ਭਵਿੱਖ ਖਤਰੇ ਚਲਾ ਗਿਆ, ਕਿ ਕੋਈ ਨਵਾਂ ਚਿਹਰਾ ਉੱਭਰੂਗਾ। ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਕਿ ਲੋਕਾਂ ਨੂੰ ਜਿਹੜਾ ਚਸਕਾ ਹੁੰਦਾ ਨਾ ਜੀ ਨਾਲ ਦੀ ਨਾਲ ਸਵਾਦ ਇੱਦਾਂ ਦੀਆਂ ਗੱਲਾਂ ਸੁਣਨ ਦਾ, ਉਹ ਵੀ ਬੜਾ ਪੱਕੇ ਤੌਰ 'ਤੇ ਹੁੰਦਾ ਆ। ਉਹੋ ਹੀ ਪੱਤਰਕਾਰਾਂ ਦਾ ਹਾਲ ਆ ਕਿ ਉਹੋ ਜਿਹੀਆਂ ਖਬਰਾਂ ਲੱਭ ਲਾਉਂਦੇ ਆ। ਤੇ ਸਿੱਧੂ ਸਾਹਿਬ ਦਾ ਭਵਿੱਖ ਵਾਹਵੇ ਖਤਰੇ 'ਚ ਨਜ਼ਰ ਆ ਰਿਹਾ ਲੋਕਾਂ ਨੂੰ। ਹੁਣ ਤੇ ਕਾਂਗਰਸੀ ਵੀ ਉਹਨਾਂ ਦੇ ਦੁਆਲੇ ਹੋ ਗਏ ਸਿੱਧੇ ਹੋ ਕੇ। ਔਜਲਾ ਸਾਹਿਬ ਦਾ ਬਿਆਨ ਆ ਗਿਆ, ਉਧਰ ਡਿੰਪੇਰੀ ਵੀ ਮੇਰੇ ਖਿਆਲ ਦਾ ਜੰਪ ਮਾਰ ਕੇ ਅਕਾਲੀ ਦਲ 'ਚ ਜਾਣ ਨੂੰ ਫਿਰਦੇ ਆ। ਤੇ ਹਾਲਾਤ ਸੁਖਾਵੇਂ ਨਹੀਂ ਆ ਕਾਂਗਰਸ ਵਾਸਤੇ। ਤੇ ਲੋਕਾਂ ਦੀ ਇੰਟਰਟੇਨਮੈਂਟ ਦਾ ਕੀ ਬਣੂ? ਚਲੋ ਸਿੱਧੂ ਸਾਹਿਬ ਦਾ ਤੇ ਜੋ ਬਣਨਾ ਹੀ ਆ। ਤੇ ਕੀ ਆ ਭਵਿੱਖ ਤੁਸੀਂ ਵੇਖਦੇ ਹੁਣ? ਮੈਂ ਪਹਿਲਾਂ ਤੁਹਾਨੂੰ ਰਾਜ ਨਾਰਾਇਣ ਹੋਣਾ ਦੀ ਗੱਲ ਦੱਸ ਦੇਣਾ ਜੀ। 1982 ਦੇ ਵਿੱਚ ਜਦੋਂ ਗਿਆਨੀ ਜ਼ੈਲ ਸਿੰਘ ਪ੍ਰੈਜ਼ੀਡੈਂਟ ਦੀ ਚੋਣ ਲੜੇ ਆ, ਤੇ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸੀਗੇ, ਤੇ ਉਹਨਾਂ ਨੇ ਇਹ ਕਿਹਾ ਸੀਗਾ, ਤੁਸੀਂ ਵੀ ਸੁਣਿਆ ਹੋਵੇਗਾ, ਕਿ ਇੰਦਰਾ ਗਾਂਧੀ ਮੇਰੀ ਲੀਡਰ ਆ ਤੇ ਮੈਂ ਇਹਦੇ ਕਹਿਣ ਤੇ ਝਾੜੂ ਵੀ ਲਾ ਸਕਣਾ। ਤੇ ਉਹਨਾਂ ਨੇ ਨਾ ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀਗਾ ਕਿ ਗਿਆਨੀ ਜ਼ੈਲ ਸਿੰਘ ਹੋਰਾਂ ਦੀ ਜਿਹੜੀ ਰਾਸ਼ਟਰਪਤੀ ਲਈ ਉਮੀਦਵਾਰੀ ਆ ਨਾ, ਇਹ ਰੱਦ ਕਰਨੀ ਚਾਹੀਦੀ ਆ, ਕਿਉਂਕਿ ਉਹ ਇਹ ਕਹਿ ਰਹੇ ਆ ਵੀ ਮੈਂ ਤਾਂ ਪ੍ਰਧਾਨ ਇੰਦਰਾ ਗਾਂਧੀ ਦੇ ਆਖੇ। ਜੀ ਬਿਲਕੁਲ ਬਿਲਕੁਲ, ਜਦੋਂ ਉਹਨੂੰ ਮੇਰੇ ਖਿਆਲ ਰਾਸ਼ਟਰਪਤੀ ਬਣਾਇਆ ਸੀ ਹੋਮ ਮਿਨਿਸਟਰ, ਤੋਂ ਉਹਨਾਂ ਦਾ ਬਿਆਨ ਬੜਾ ਚਰਚਾ 'ਚ ਆਇਆ ਸੀਗਾ ਜੀ। ਤੇ ਇਹਨੇ ਨਾ ਹਨੂਮਾਨ ਵਾਂਗੂ ਇੱਕ ਸਿਰ ਦੇ ਉੱਤੇ ਪਟਕਾ ਜਿਹਾ ਬੰਨਿਆ ਸੀ ਹਰਾ ਜਿਹਾ,
ਅਸੀਂ ਵੀ ਕਿਸੇ ਕੇਸ ਦੇ ਮਾਮਲੇ 'ਚ ਗਏ ਸੀਗੇ ਤੇ ਉਸੇ ਕੋਰਟ 'ਚ ਹੀ ਸਾਡਾ ਕੇਸ ਲੱਗਣਾ ਸੀਗਾ। ਅੱਛਾ ਜੀ। ਤੇ ਰਾਜ ਨਾਰਾਇਣ ਇਨ ਪਰਸਨ ਅਪੀਅਰ ਹੋ ਰਿਹਾ ਸੀਗਾ, ਮਤਲਬ ਕੋਈ ਵਕੀਲ ਨਹੀਂ ਉਹਨੇ ਕੀਤਾ, ਹੀ ਵਾਜ਼ ਅਪੀਅਰਿੰਗ ਇਨ ਪਰਸਨ, ਖੁਦ ਮਤਲਬ ਪੈਰਵਾਈ ਕਰ ਰਿਹਾ ਸੀਗਾ। ਤੇ ਉਹ ਹਿੰਦੀ 'ਚ ਬੋਲਦਾ ਸੀਗਾ ਤੇ ਉਹ ਕਹਿੰਦਾ ਜੱਜ ਸਾਹਿਬ, ਉਹ ਮੈਨੂੰ ਤੇ ਉਹ ਕਹਿਣਾ ਨਹੀਂ ਆਉਂਦਾ ਹਿੰਦੀ ਦਾ ਲਫ਼ਜ਼, ਮਹਾ ਮੈਂ ਵਗੈਰਾ ਇਦਾਂ ਦਾ ਉਹ ਵਰਤਦੇ ਮਹਾ ਹੈਗੇ ਮੈਮ ਆ। ਕਹਿੰਦੇ ਸ਼ਾਇਦ, ਉਹ ਤੇ ਰਾਸ਼ਟਰਪਤੀ ਨੂੰ ਕਹਿੰਦੇ ਹੁੰਦੇ ਆ ਜੀ, ਮਾਈ ਲਾਰਡ ਨੂੰ ਕੁਝ ਹੋਰ ਕਹਿੰਦੇ ਹੋਣੇ ਆ। ਆਹੋ, ਤੇ ਕਹਿੰਦਾ ਜੀ ਤੁਸੀਂ ਇਹ ਦੱਸੋ ਵੀ, ਉਹ ਕਹਿੰਦਾ ਵੀ ਮੈਂ ਇੰਦਰਾ ਗਾਂਧੀ ਦੇ ਆਖੇ ਤੇ ਝਾੜੂ ਲਾ ਦੇਣਾ, ਵੀ ਉਹ ਇੱਕ ਉਹਨੇ ਰਾਸ਼ਟਰਪਤੀ ਬਣਨਾ ਕਿ ਉਹਨੇ ਮਿਹਤਰ ਬਣਨਾ ਹੈਗਾ, ਝਾੜੂ ਲਾਉਣ ਵਾਲਾ ਬਣਨਾ। ਤੇ ਸਾਰੀ ਕੋਰਟ ਦੇ ਵਿੱਚ ਹਾਸਾ ਪਿਆ ਤੇ ਨਾਲ ਜੱਜ ਵੀ ਜਿਹੜੇ ਆ ਉਹ ਵੀ ਹੱਸਣ ਲੱਗ ਪਏ। ਹਾਲਾਂਕਿ ਕੋਰਟ ਦੇ ਵਿੱਚ ਆਮ ਤੌਰ ਤੇ ਜੱਜ ਜਿਹੜੇ ਆ ਨਾ, ਉਹ ਇਸ ਤਰੀਕੇ ਦਾ ਨਹੀਂ ਮਤਲਬ ਕਰਦੇ ਹੈਗੇ। ਸੋ ਇਸ ਕਰਕੇ ਜੀ ਇਹ ਵੀ ਜਿਹੜੇ ਸਿਆਸਤਦਾਨ ਨੇ ਇਸ ਕਿਸਮ ਦੇ, ਜਿੱਦਾਂ ਲਾਲੂ ਵੱਲ ਵੇਖ ਕੇ ਲੋਕੀ ਹੱਸਣਾ ਸ਼ੁਰੂ ਕਰ ਦਿੰਦੇ ਸੀ ਜੀ, ਜਿੱਦਾਂ ਖੁੰਬ ਜਿਹੀ ਹੁੰਦੀ ਆ, ਉਦਾਂ ਉਹਨੇ ਸਿਰ ਪਰ ਦੇ ਵਾਲ। ਆਪਣੇ ਕਪਾਲ ਸਾਹਿਬ, ਇਹ ਸਿਆਸਤਦਾਨ ਮਸਕਰੇ ਹੀ ਨਹੀਂ ਸੀ, ਉਹ ਹੈ ਬੜੇ ਗੰਭੀਰ ਸੀ, ਆਪਣੀ ਸਿਆਸਤ ਲਈ ਬੜੇ ਗੰਭੀਰ ਸੀ, ਭਾਵੇਂ ਰਾਜ ਨਾਰਾਇਣ ਹੋਵੇ, ਭਾਵੇਂ ਲਾਲੂ ਪ੍ਰਸਾਦ ਹੋਵੇ, ਤੇ ਭਾਵੇਂ ਹੁਣ ਨਵਜੋਤ ਸਿੱਧੂ ਦੀ ਵੀ ਗੱਲ ਕਰ ਲਈਏ। ਨਹੀਂ, ਮੈਂ ਤਾਂ ਤੁਹਾਨੂੰ ਦੱਸ ਹੀ ਰਿਹਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਸਿਆਸਤ ਲਈ ਨਹੀਂ ਗੇ ਗੰਭੀਰ, ਉਹ ਐਂਟਰਟੇਨਮੈਂਟ ਦਾ ਸਾਧਨ ਸੀ। ਹਾਂਜੀ ਹਾਂਜੀ ਤੇ ਹਾਂਜੀ। ਹੁਣ ਸਾਡੇ ਕੋਲ ਭਗਵੰਤ ਮਾਨ ਹੈਗੇ ਹੀ ਨੇ, ਖੁਦਾ ਨਖਾਸਤਾ ਰੱਬ ਚਾਹੇ ਉਹਨਾਂ ਨੇ ਮੁੱਖ ਮੰਤਰੀ ਬਣ ਜਾਣਾ, ਤੇ ਉਹ ਮੁੱਖ ਮੰਤਰੀ ਬਣ ਵੀ ਜਾਣਗੇ ਤੇ ਉਹਨਾਂ ਨੇ ਕਮੇਡੀਅਨ ਤੇ ਰਹਿਣਾ ਹੀ ਰਹਿਣਾ। ਸੋ ਇੱਕ ਚਿਹਰਾ ਜਿਹੜਾ ਜੀ ਸਾਡੇ ਕੋਲ ਉਹ ਰਹੇਗਾ, ਤੇ ਸਾਡੀ ਤੇ ਇੱਛਾ ਇਹ ਆ ਵੀ ਨਵਜੋਤ ਸਿੱਧੂ ਵੀ ਹੁਣੀ ਵੀ ਰਹਿਣ। ਪਰ ਮੈਨੂੰ ਲੱਗਦਾ ਇਹ ਆ ਵੀ ਜਿੱਦਾਂ ਸਾਰਾ ਆਪਣਾ ਹੀ ਟੱਬਰ ਉਹਨਾਂ ਦੇ ਦੁਆਲੇ ਹੋ ਗਿਆ ਆ, ਸੋ ਇਹ ਵਾਕਿਆ ਹੀ ਤੁਹਾਡਾ ਫਿਕਰ ਜਿਹੜਾ ਉਹ ਬੜਾ ਵਾਜਬ ਆ, ਵੀ ਐਂਟਰਟੇਨਮੈਂਟ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਚੋਂ ਕਿਤੇ ਗੁੰਮ ਹੀ ਨਾ ਹੋ ਜਾਵੇ। ਚਲੋ ਕਾਲੋ ਸਾਹਿਬ, ਅੱਜ ਲਈ ਇੰਨਾ ਹੀ ਕਾਫੀ ਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਵੈਸੇ ਸਵਾਲ ਤੇ ਬਥੇਰੇ ਨੇ ਜੋਗਿੰਦਰ ਸਿੰਘ ਉਗਰਾਹਾਂ ਦਾ, ਤੇ ਰਾਜੇਵਾਲ ਰਾਂ ਦੀ ਵੀ ਇੱਕ ਖਬਰ ਆ ਰਹੀ ਆ ਕਿ ਉਹ ਰਿਫਟ ਜਿਹੜੀ ਆ ਥੋੜੀ ਜਿਹੀ ਉਖਾਈ ਹੋਰ ਡੂੰਘੀ ਹੋਈ ਆ, ਅੱਗੇ ਚੱਲ ਕੇ ਇਕੱਠਿਆਂ ਨੇ ਯੁੱਧ ਲੜਨੇ ਆ, ਤੇ ਉਹਦਾ ਕੀ ਬਣੂਗਾ ਕੱਲ ਦੇ ਪ੍ਰੋਗਰਾਮ 'ਚ ਆਪਾਂ ਕਰਾਂਗੇ ਕਾਫੀ ਸਾਰੀਆਂ ਗੱਲਾਂ ਕਿਸਾਨਾਂ ਬਾਰੇ ਵੀ ਤੇ ਹੋਰ ਵੀ। ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ ਜੀ।